आनंद गुणी निदान गुरु गरीब नवाज। सारी संगत गज के बोलना सतनाम श्री वाहिगुरु जी। सुबह ना उतरे शाम ना उतरे नानक नाम खमारी। जिसने पीती अमर हो गया ये मस्ती एक बारी। सुबह ना उतरे हो यार दी खातिर यारे दे नाल पानी उसने चलवाया। सिख दा सिदक वेख मुंह उंगला आगी दुनिया सारी। जिसने पीती अमर हो गया ये मस्ती एक बारी। सुबह न उतरे हो इस इलाही मस्ती ने जद दीप सिंह नशे आया। आया लड़िया शीस तली तारी अपना कीता बचन निभाया। कर अरदास निभा गया योदा आखिर होनी हारी। जिसने पीती अमर हो गया ए मस्ती एक बारी। सुबह न उतरे हो
हो इस मस्ती ने तारू सिंह दे नैन कीते जद खीवे। जिस मस्ती ने तारू सिंह दे नैन कीते जद खीवे। हाथ विच लाखों परदाशना अमर प्याला पीवे। तेरा किया मीठा लागे मुख जो जाए उचारी। जिसने पीती अमर हो गया ये मस्ती एक बारी। सुबह न उतरे हो सुबह न उतरे शाम न उतरे नानक नाम खमारी। जिसने पीती अमर हो गया ये मस्ती एक बारी। सुबह न उतरे हो। जुग जुग अटल दीन दुनिया दे मालक ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਕੇ ਬੈਠੀ ਸਤਿਕਾਰਯੋਗ ਗੁਰੂ ਕੀ ਸੰਗਤ ਜੀ ਰਸਨਾ ਪਵਿੱਤਰ ਕਰਿਓ। ਇੱਕ ਵਾਰੀ ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਦਾਤਾਰ ਅੰਤਰਜਾਮੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ। ਉਹ ਚੰਗੇ ਲੱਗਦੇ ਨੇ ਤਾਂ ਹੀ ਉਹ ਗੁਰੂ ਕਾ ਜਸ ਸੁਣ ਸਕਦੇ ਨੇ। ਗੁਰੂ ਕਾ ਜਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੇ ਹੋ। ਸਤਿਗੁਰੂ ਜੀ ਦਾ ਪਾਵਨ ਬਚਨ ਹੈ ਕਿ ਚੰਗੇ ਲੱਗਦੇ ਨੇ ਤਾਂ ਜੁੜ ਕੇ ਬੈਠੇ ਨੇ। ਮੇਰੇ ਦਾਤਾਰ ਜੀ ਨੇ ਇਹ ਵੀ ਆਖਿਆ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ। ਜਿਹੜੇ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਨੇ ਉਹ ਉਹਨਾਂ ਦਾ ਜਸ ਗਾਉਂਦੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਬਖਸ਼ਿਸ਼ ਕਰਦੇ ਨੇ। ਹਉ ਕੁਰਬਾਨ ਜਾਈ ਤੇਰਾ ਨਾਵੈ ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ। ਸੋ ਜਸ ਤੇਰਾ ਗਾਵੇ। ਉਹ ਵਾਹਿਗੁਰੂ ਦਾ ਜਸ ਗਾਉਂਦੇ ਨੇ ਜਿਨ੍ਹਾਂ ਦਾ ਗੁਨਾਹ ਬਖਸ਼ੇ ਜਾਂਦੇ ਨੇ। ਬਖਸ਼ੇ ਹੋਇਆਂ ਦੀ ਸੰਗਤ ਵੀ ਮਿਲ ਜਾਏ। ਇੱਕ ਬਾਬਾ ਫਰੀਦ ਜੀ ਦੇ ਨਾਮ ਤੇ ਕਥਨ ਹੈ। ਭਾਵੇਂ ਕਿ ਅੱਜ ਦਾ ਦਿਹਾੜਾ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਉਹਨਾਂ ਦੇ ਨਾਮ ਤੇ ਕਥਨ ਹੈ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ। ਜੇ ਕੋਈ ਮਿਲ ਜੇ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ। ਉਹ ਬਖਸ਼ੇ ਜਾਂਦੇ ਨੇ ਤੇ ਜੇ ਬਖਸ਼ਿਆਂ ਦੀ ਸੰਗਤ ਮਿਲ ਜਾਏ ਤੇ ਤਾਂ ਵੀ ਗੱਲ ਬਣ ਜਾਂਦੀ ਹੈ। ਆਓ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਵਿੱਚੋਂ ਆਪ ਜੀ ਦੇ ਨਾਲ ਪ੍ਰਸੰਗ ਦੀ ਸਾਂਝ ਕਰਾਂ। ਝੁਕਾਇਓ ਸੀਸ ਤੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਈਰਖਾ ਦੀ ਅੱਗ ਵਿੱਚ ਸਾਰਾ ਸੰਸਾਰ ਸੜਦਾ ਨਜ਼ਰ ਆਇਆ। ਜਦ ਰਾਜੇ ਹੋਏ ਕਸਾਈ ਸੀ ਤੇ ਵਾੜ ਖੇਤ ਨੂੰ ਖਾ ਰਹੀ ਸੀ। ਜਦ ਰਿਸ਼ਵਤ ਖੋਰੀ ਜੋਰਾਂ ਤੇ ਕਾਮੇ ਦੀ ਜਿੰਦ ਘਬਰਾ ਰਹੀ ਸੀ। ਜਦ ਚੋਕੇ ਖੂਨ ਗਰੀਬਾਂ ਦਾ ਡਾਢੇ ਹੱਥ ਰੰਗੀ ਜਾਂਦੇ ਸਨ। ਉਹ ਪੀ ਕੇ ਰਤ ਮਾਸੂਮਾਂ ਦੀ ਬੁੱਲਾਂ ਤੇ ਸੁਰਖੀ ਲਾਂਦੇ ਸਨ। ਤਦ ਨਾਨਕ ਪਿਆਰਾ ਤੜਫ ਪਿਆ
ਵੇਖ ਦਰਦ ਭਰੀ ਇਸ ਝਾਕੀ ਨੂੰ ਵੈਦ ਤੁਰ ਪਿਆ ਰੋਕਣ ਲਈ, ਤੇ ਪਈ ਹੋਈ ਇਸ ਡਾਕੀ ਨੂੰ ਸੰਗ ਲੈ ਬਾਲੇ ਮਰਦਾਨੇ ਨੂੰ, ਤੇ ਤੁਰਿਆ ਪੂਰਬ ਦੱਖਣ ਨੂੰ, ਦਿਲ ਪਾਟੇ ਹੋਏ ਜੋੜਨ ਲਈ ਤੇ ਜਗਤ ਜਲੰਦਾ ਰੱਖਣ ਨੂੰ। ਮੇਰੇ ਗੁਰਦੇਵ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਦੇ ਸਮੇਂ ਇਹ ਹਾਲਾਤ ਸਨ ਤੇ ਉਹ ਅੱਜ ਵੀ ਨੇ ਅਰਦਾਸ ਕਰਨੀ ਪੈਂਦੀ, ਮਾਲਕਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਹੁ ਉਬਾਰ। ਸ਼ਰਤ ਨਹੀਂ ਹੈ, ਜਿਹੜਾ ਵੀ ਦਰਵਾਜ਼ੇ ਤੋਂ ਉਭਾਰ ਕਰ ਸਕਦਾ ਹੈ, ਜਿਹੜਾ ਜਿਸ ਵੀ ਜਪ ਤਪ ਕਰਮ ਧਰਮ ਨੂੰ ਮੰਨਦਾ ਹੈ, ਬਸ ਉਹਦਾ ਭਲਾ ਕਰਕੇ, ਉਹਨੂੰ ਈਰਖਾ ਦੀ ਅੱਗ ਸ਼ਾਂਤ ਕਰਕੇ ਉਹਦੇ ਮਨ ਨੂੰ ਸ਼ਾਂਤੀ ਬਖਸ਼ਿਸ਼ ਕਰ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦਾ ਭ੍ਰਮਣ ਕਰਨ ਵਾਸਤੇ 4 ਉਦਾਸੀਆਂ ਕੀਤੀਆਂ ਨੇ। ਉਸ ਉਦਾਸੀਆਂ ਦਾ ਜ਼ਿਕਰ ਇਹੋ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਰੇ ਨੇ, ਚੱਲੇ ਨੇ, ਭਾਈ ਮਰਦਾਨਾ ਬਾਲਾ ਨਾਲ ਲਿਆ, ਇੰਨੀ ਤਗੜੀ ਫੌਜ ਲੈ ਲਈ ਹੈ। ਇੰਨੀ ਕੁ ਫੌਜ ਦੇ ਨਾਲ ਰਬਾਬ ਨਾਂ ਦਾ ਇੱਕ ਹਥਿਆਰ ਹੈ, ਜਿਹਦੇ ਨਾਲ ਬਾਬੇ ਨੇ ਵਲੀਆਂ ਦੇ ਵੱਲ ਕੱਢਣੇ ਆ, ਕੌਡੇ ਵਰਗਿਆਂ ਨੂੰ, ਰਾਖਸ਼ਾਂ ਨੂੰ ਦੇਵਤੇ ਬਣਾਉਣਾ ਹੈ, ਠੱਗਾਂ ਨੂੰ ਸੱਜਣ ਬਣਾਉਣਾ ਹੈ। ਔਰ ਉਥੇ ਜਿਹੜੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ, ਜਿੱਥੇ ਇਨਸਾਨੀਅਤ ਖਤਮ ਹੋ ਚੁੱਕੀ ਹੈ, ਉਹਨਾਂ ਸ਼ੈਤਾਨਾਂ ਨੂੰ ਇਨਸਾਨ ਬਣਾਉਣਾ। ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਜਿੱਥੇ ਜਿਸ ਨੇ ਯਾਦ ਕੀਤਾ ਹੈ, ਗੁਰੂ ਨਾਨਕ ਉਹਦਾ ਭਲਾ ਕਰਨ ਵਾਸਤੇ ਉੱਥੇ ਪਹੁੰਚਿਆ। ਸਿਧਾਂਤ ਰੱਖੇ ਨੇ ਮੇਰੇ ਮਾਲਕ ਜੀ ਨੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਦਾ ਅਸੂਲ ਦਿੱਤਾ, ਗੁਣ ਦਿੱਤਾ ਹੈ। ਔਰ ਉੱਥੇ ਹੀ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਿ ਜੇਕਰ ਕਿਸੇ ਦਾ ਭਲਾ ਕਰ ਲੱਗਿਆ, ਆਪਣਾ ਕੁਝ ਨੁਕਸਾਨ ਕਰਨਾ ਪਵੇ, ਆਪਣਾ ਨੁਕਸਾਨ ਪੈਸੇ ਦਾ ਵੀ ਹੋ ਸਕਦਾ ਹੈ, ਆਪਣਾ ਸਮੇਂ ਦਾ ਵੀ ਹੋ ਸਕਦਾ ਹੈ, ਕੁਝ ਨਾ ਕੁਝ ਸਾਨੂੰ ਇਨਸਾਨੀਅਤ ਤੌਰ ਤੇ, ਇਨਸਾਨਾਂ ਦੇ ਨਾਂ ਤੇ, ਇਨਸਾਨੀਅਤ ਉੱਪਰ ਖਰਚ ਕਰਨਾ ਚਾਹੀਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਘਰੋਂ ਚੱਲੇ ਨੇ, ਦੁਨੀਆ ਘਰੋਂ ਨਿਕਲਦੀ ਹੈ, ਅਸੀਂ ਸਾਰੇ ਵਿਦੇਸ਼ਾਂ ਵਿੱਚ ਆਏ ਹਾਂ। ਸਾਡਾ ਮਕਸਦ ਕੀ ਹੈ? ਸਾਡਾ ਮਕਸਦ ਕਈਆਂ ਦਾ ਇੱਥੇ ਆਣ ਕੇ ਸੈੱਟ ਹੋਣ ਦਾ ਹੈ, ਇੱਥੇ ਧੀਆਂ ਪੁੱਤਰ ਆਣ ਕੇ ਵਸ ਜਾਣ, ਚੰਗਾ ਮੁਲਕ ਹੈ, ਚੰਗੇ ਸੁਖ ਸਾਧਨ ਪੈਦਾ ਕਰ ਲਵਾਂਗੇ, ਸ਼ਾਇਦ ਜ਼ਿੰਦਗੀ ਵਧੀਆ ਨਿਕਲੇ। ਪਰ ਕਈਆਂ ਦਾ ਤੇ ਇੱਥੇ ਵੀ ਨਰਕਾਂ ਵਰਗਾ ਹੀ ਹਾਲ ਬਣਿਆ ਹੋਇਆ ਹੈ। ਜੇਕਰ ਇਹ ਗੱਲ ਵੇਖ ਲਈਏ, ਘਰੋਂ ਬੰਦਾ ਨਿਕਲਦਾ ਹੈ ਕੁਝ ਪ੍ਰਾਪਤ ਕਰਨ ਵਾਸਤੇ, ਪਦਾਰਥਾਂ ਦੀ ਹੋੜ ਵਿੱਚ ਕੁਝ ਨਾ ਕੁਝ ਪ੍ਰਾਪਤ ਕਰਨ ਵਾਸਤੇ। ਚਲੋ ਜਿਹੜੇ ਅਸੀਂ ਆਏ ਆ, ਚਲੋ ਕੋਈ ਇਹ ਵੀ ਮੰਨ ਲਵੇ ਵੀ ਗਰੀਬੀ ਦਾ ਮਾਰਾ ਹੀ ਕੈਨੇਡਾ ਆ ਗਿਆ, ਗਰੀਬੀ ਦੂਰ ਕਰਨ ਵਾਸਤੇ ਘਰ ਛੱਡਿਆ। ਪਰ ਇਹ ਘਰ ਛੱਡ ਕੇ ਆਏ ਆ, ਸਾਲ 2-2 ਸਾਲ 10-10 ਸਾਲ ਲੋਕੀ ਘਰ ਵਾਪਸ ਨਹੀਂ ਗਏ। ਘਰ ਤੋਂ ਉਹਨਾਂ ਵੀ ਛੱਡਿਆ, ਪਰਿਵਾਰ ਉਹਨਾਂ ਵੀ ਛੱਡਿਆ, ਪਰ ਉਹਨਾਂ ਨੇ ਘਰ ਪਰਿਵਾਰ ਛੱਡ ਕੇ ਮਨੁੱਖਤਾ ਦੇ ਉੱਪਰ ਕੋਈ ਅਹਿਸਾਨ ਨਹੀਂ ਕੀਤਾ, ਕੋਈ ਮਨੁੱਖਤਾ ਦਾ ਭਲਾ ਨਹੀਂ ਕੀਤਾ, ਕੋਈ ਮਨੁੱਖਤਾ ਵਾਸਤੇ ਨਹੀਂ ਛੱਡਿਆ, ਆਪਣੇ ਇੱਛਾਵਾਂ ਦੀ ਪੂਰਤੀ ਵਾਸਤੇ ਘਰ ਛੱਡਿਆ। ਅਸੀਂ ਘਰ ਛੱਡੇ ਆ, ਸਾਲ 2-2 ਸਾਲ ਬਾਹਰ ਰਹਿੰਦੇ ਆ, ਕਮਾਈ ਕਰਦੇ ਆ, ਫਿਰ ਲਿਜਾ ਕੇ ਉਹਨਾਂ ਦੇ ਹੱਥ 'ਚ ਜਾ ਧਰਦੇ ਆ। ਅਸੀਂ ਦੁਨੀਆ ਦਾ ਭਲਾ ਕਰਨ ਵਾਸਤੇ ਨਹੀਂ, ਆਪਣਾ ਭਲਾ ਕਰਨ ਵਾਸਤੇ ਘਰ ਛੱਡੀ ਬੈਠੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 18,000 ਏਕੜ ਜ਼ਮੀਨ ਦੇ ਮਾਲਕ ਨੇ। ਅੱਜ ਵੀ ਤੁਹਾਨੂੰ ਤੁਹਾਡੇ ਹੱਥ ਸਾਰੇ ਸਾਧਨ ਨੇ, ਤੁਸੀਂ ਪਤਾ ਕਰ ਸਕਦੇ ਹੋ ਇੰਟਰਨੈਟ ਦੇ ਮਾਧਿਅਮ ਰਾਹੀਂ ਵੀ ਅੱਜ ਵੀ ਪਾਕਿਸਤਾਨ ਦੇ ਮਾਲ ਮਹਿਕਮੇ ਦੇ ਵਿੱਚ ਗੁਰੂ ਨਾਨਕ ਦੇ ਨਾਮ ਤੇ ਕਿੰਨੀ ਜ਼ਮੀਨ ਹੈ, ਅੱਜ ਵੀ ਬੋਲਦੀ ਹੈ, 18,000 ਏਕੜ ਤੋਂ ਪਲੱਸ ਹੈ। ਏਡੇ ਵੱਡੀ ਜਾਇਦਾਦ ਉਹ ਰਾਏ ਬੁਲਾਰ ਨੇ ਮੱਥਾ ਟੇਕਿਆ ਦਿੱਤੀ ਹੈ। ਤੇ ਘਰਾਣਾ ਪਟਵਾਰੀਆਂ ਦਾ ਤਾਂ ਉਹਨਾਂ ਵੇਲੇ ਪਟਵਾਰੀ ਬਹੁਤ ਜ਼ਿਆਦਾ ਆਪਦੀ ਚੜ੍ਹਤ ਰੱਖਦੇ ਸਨ। ਘਰੋਂ ਵੀ ਚੰਗੇ ਨੇ, ਚੰਗਾ ਘਰਾਣਾ ਹੈ, ਖਾਸ ਘਰਾਣਾ ਹੈ, ਦਬਦਬਾ ਹੈ ਪਰਿਵਾਰ ਦਾ। ਵਿਆਹ ਵੀ ਚੰਗੇ ਘਰਾਣੇ ਦੇ ਵਿੱਚ ਹੋਇਆ ਹੈ। ਨਵਾਬ ਦੌਲਤ ਖਾਂ ਮੰਨਦਾ, ਨਵਾਬ ਉਹ ਦੌਲਤ ਖਾਂ ਜਿਹੜਾ ਬਾਬਰ ਨੂੰ ਚਿੱਠੀਆਂ ਪਾ ਕੇ ਸੱਦਦਾ ਹੈ, ਏਡੀ ਵੱਡੀ ਚੌਧਰੀ ਨਵਾਬ ਦੀ ਹੁਕਮ ਚੱਲਦਾ ਉਹਦਾ। ਨਵਾਬ ਦੇ ਨਾਲ ਸਾਂਝ ਹੈ, ਨਵਾਬ ਦੇ ਸਕੇ ਸਾਲੇ ਰਾਏ ਬੁਲਾਰ ਤਲਵੰਡੀ ਵਾਲੇ ਦੇ ਨਾਲ ਰੱਜ ਕੇ ਪਰਿਵਾਰਕ ਸਾਂਝ ਹੈ। ਤੇ ਸਰਕਾਰ ਦਰਬਾਰ ਵੀ ਨਾਲ ਚੱਲਦੀ ਹੈ, ਸਲਾਮ ਦੁਆ ਕਰਦੇ ਨੇ। ਰਾਏ ਬੁਲਾਰ ਤੇ ਆਪਣਾ ਪੀਰ ਖੁਦਾਏ ਮੰਨਦਾ ਹੈ ਗੁਰੂ ਨਾਨਕ ਨੂੰ। ਕਿਸੇ ਪ੍ਰਾਪਤੀ ਲਾਲਚ ਵਾਸਤੇ ਗੁਰੂ ਨਾਨਕ ਘਰੋਂ ਬਾਹਰ ਨਹੀਂ ਗਏ। ਮੁਆਫ ਕਰਨਾ, ਪ੍ਰਮਾਣ ਦੇਣਾ ਪਵੇਗਾ, ਭਗਵਾਨ ਰਾਮਚੰਦਰ ਵੀ ਘਰੋਂ ਬਾਹਰ ਚਲੇ, ਪਰ ਕਾਦੇ ਵਾਸਤੇ? ਕੋਈ ਦੁਨੀਆ ਦਾ ਭਲਾ ਕਰਨ, ਕੋਈ ਦੁਨੀਆ ਵਾਸਤੇ ਪ੍ਰੇਰਨਾ ਸਰੋਤ ਬਣਨ ਵਾਸਤੇ ਚੱਲੇ ਨੇ? ਨਹੀਂ। ਰਾਜਾ ਦਸ਼ਰਥ ਉਹਨਾਂ ਦੇ ਪਿਤਾ ਦਾ ਨਾਮ ਹੈ, ਤੇ ਬਸ ਉਹਨਾਂ ਦੀ ਘਰ ਵਾਲੀ ਦੇ ਨਾਲ ਉਹਦੀ ਈਰਖਾ ਏ। ਰਾਮਚੰਦਰ ਨੂੰ ਇਸ ਅਯੁੱਧਿਆ ਦਾ ਰਾਜ ਭਾਗ ਨਹੀਂ ਮਿਲਣਾ ਚਾਹੀਦਾ, ਮੇਰੇ ਪੁੱਤਰ ਨੂੰ ਮਿਲਣਾ ਚਾਹੀਦਾ ਹੈ।
ਕਹਾਣੀ ਇਹ ਦੱਸਦੀ ਹੈ, ਰਾਜਾ ਦਸ਼ਰਥ ਇੱਕ ਬਚਨ ਕਰ ਬੈਠਾ ਸੀ। ਰਣ ਸੰਗਰਾਮ ਜੂਝ ਰਿਹਾ, ਲੜਾਈ ਹੋ ਰਹੀ ਹੈ ਅਯੁੱਧਿਆ ਦੇ ਰਾਜਾ ਦਸ਼ਰਥ ਦੀ। ਉਹਦੀ ਪਤਨੀ, ਉਹਦੀ ਮਹਾਰਾਣੀ ਉਸ ਜੰਗ ਵਿੱਚ ਉਹਦਾ ਰਥਵਾਨ ਬਣ ਕੇ ਉਹਦਾ ਸਾਥ ਦੇ ਰਹੀ ਹੈ। ਤੇ ਜੇ ਰਥਵਾਨ ਜੰਗ ਵਿੱਚ, ਆਪ ਜਾਣਦੇ ਹੋ ਰਥਵਾਨ ਜਿਹੜਾ ਰੱਥ ਚਲਾਉਂਦਾ ਨਾ ਜੰਗ ਵਿੱਚ ਬੜਾ ਮਾਇਨੇ ਰੱਖਦਾ ਹੈ। ਅਰਜਨ ਦੇ ਰਥਵਾਨ ਭਗਵਾਨ ਕ੍ਰਿਸ਼ਨ ਆਪ ਬਣੇ ਸਨ ਕਿ ਮੈਂ ਤਾਂ ਲੜਾਈ ਵਿੱਚ ਪੂਰਾ ਸਾਥ ਦੇ ਸਕਾਂ। ਤੇ ਇਹਦਾ ਮਤਲਬ ਹੈ ਵੀ ਉਹਨਾਂ ਦੀ ਪਤਨੀ ਵੀ ਬਾਹੂਬਲ ਚੋਂ ਕਮਜ਼ੋਰ ਨਹੀਂ ਸੀ, ਉਹ ਸਾਰਾ ਸੂਰਮ ਗਤੀ ਦਾ ਅਭਿਆਸ ਕਰ ਚੁੱਕੀ ਸੀ। ਇਧਰੋਂ ਰਾਜਾ ਦਸ਼ਰਥ ਲੜ ਰਿਹਾ, ਤੀਰ ਆਣ ਕੇ ਵੱਜਾ, ਮੂਰਛਤ ਹੋ ਕੇ ਰੱਥ ਤੇ ਡਿੱਗ ਪਿਆ ਹੈ। ਹੁਣ ਉਸ ਦੀ ਜਾਨ ਬਚਾਉਣ ਦਾ ਮਸਲਾ ਆ ਗਿਆ ਤੇ ਉਸ ਰਾਣੀ ਨੇ, ਰਾਜਾ ਦਸ਼ਰਥ ਦੀ ਪਤਨੀ ਨੇ, ਉਹਦੀ ਮਹਾਰਾਣੀ ਨੇ ਇੰਨੇ ਯਤਨਾਂ ਦੇ ਨਾਲ ਜਿਸ ਵੀ ਤਰੀਕੇ ਨਾਲ ਉਹ ਰੱਥ ਜੰਗ ਵਿੱਚੋਂ ਕੱਢ ਕੇ ਬਾਹਰ ਲੈ ਗਈ, ਉਸ ਦੀ ਜਾਨ ਬਚਾ ਲਈ। ਉਸ ਨੇ ਕਿਹਾ, ਰਾਣੀ ਮੇਰੀ ਜਾਨ ਬਚਾਈ ਹੈ, ਤੂੰ ਜੰਗ ਵਿੱਚ ਬਹਾਦਰਾਂ ਵਾਲਾ ਕੰਮ ਵਿਖਾਇਆ ਹੈ, ਮੰਗ ਕੀ ਚਾਹੁੰਦੀ ਹੈ, ਤੈਨੂੰ ਮੈਂ ਆਪਣਾ ਤੇਰਾ ਮੂੰਹ ਮੰਗਿਆ ਇਨਾਮ ਦੇਵਾਂਗਾ। ਕਹਿੰਦੀ ਵਕਤ ਆਉਣ ਤੇ ਮੰਗਾਂਗੀ। ਵਕਤ ਆਇਆ, ਉਸਨੇ ਮੰਗ ਇਹ ਰੱਖੀ ਕਿ ਮੈਂ ਇਹ ਤਖਤ ਅਯੁੱਧਿਆ ਦਾ ਆਪਣੇ ਪੁੱਤਰ ਨੂੰ ਦਿਵਾਉਣਾ ਚਾਹੁੰਦੀ ਹਾਂ। ਤੇਰਾ ਰਾਮਚੰਦਰ ਜੇ ਇੱਥੇ ਰਿਹਾ ਇਹ ਰੁਕਾਵਟ ਪੈਦਾ ਕਰੇਗਾ, ਇਸ ਨੂੰ ਦੇਸ਼ ਨਿਕਾਲਾ ਦੇ ਦੇ। ਦਸ਼ਰਥ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਅਖੀਰ ਆਪਣੇ ਬਚਨ ਦਾ ਬੱਧਾ ਹੋਇਆ ਸੀ, ਉਹਨੂੰ ਐਸਾ ਕਰਨਾ ਪੈਣਾ ਸੀ। ਉਸਨੇ ਆਖਿਆ, ਰਾਜ ਭਾਗ ਤਾਂ ਲੈ ਲਾ, ਪਰ ਇਹਨੂੰ ਬਨਵਾਸ ਨਾ ਦੇ, ਇਹਨੂੰ ਜੰਗਲ ਦਾ ਵਾਸ ਕਿਉਂ ਦੇਣ ਲੱਗੀ ਹੈ? ਨਹੀਂ ਦਿੱਤਾ। ਉਹਨੇ ਆਪਣੀ ਜਿੱਦ ਤੇ ਅੜੀ ਰਹੀ, ਪਰ ਉਹਨੂੰ ਆਪਣਾ ਬਚਨ ਪਗਾਉਣਾ ਪੈ ਗਿਆ। ਤੇ ਰਾਮਚੰਦਰ ਕਹਿੰਦੇ ਨੇ ਆਪਣੇ ਪਿਤਾ ਦੀ ਬਹੁਤ ਇੱਜ਼ਤ ਕਰਦਾ ਸੀ, ਉਹਦੇ ਬਚਨ ਦੀ ਰੱਖ ਵਿਖਾਉਣ ਵਾਸਤੇ, ਉਹਦੇ ਬਚਨ ਦੀ ਲਾਜ਼ ਰੱਖਣ ਵਾਸਤੇ ਰਾਮਚੰਦਰ ਨੇ ਮੰਨ ਲਿਆ ਕਿ ਜੇਕਰ ਮੇਰੇ ਪਿਤਾ ਨੇ ਬਚਨ ਕੀਤਾ ਹੈ ਤੇ ਮੈਂ ਜੇ ਨਾ ਉਹਦੇ ਉੱਤੇ ਅਮਲ ਕਰਾਂ ਤੇ ਮੇਰੇ ਪਿਤਾ ਦਾ ਬਚਨ ਹਰਦਾ ਹੈ, ਉਹਦੇ ਬਚਨ ਦਾ ਨੁਕਸਾਨ ਹੁੰਦਾ, ਉਹਦੀ ਜ਼ੁਬਾਨ ਫਿੱਕੀ ਪੈਂਦੀ ਹੈ। ਮੈਂ ਜੰਗਲਾਂ 'ਚ ਰਵਾਂ, ਜਿੰਨੇ ਮਰਜ਼ੀ ਧੱਕੇ ਖਾਵਾਂ, ਪਰ ਮੇਰੇ ਬਾਪ ਦੀ ਪੱਗ ਉੱਚੀ ਹੈ, ਉੱਚੀ ਰਹੇਗੀ ਨਾ। ਇਹ ਕਿਰਦਾਰ ਹੈ ਰਾਮਚੰਦਰ ਦੇ ਜੀਵਨ ਦਾ। ਉਸਨੇ ਆਪਣੀ ਮਾਂ ਦਾ ਦਿੱਤਾ ਹੋਇਆ ਬਨਵਾਸ ਪ੍ਰਵਾਨ ਕਰ ਲਿਆ। ਪਿਤਾ ਦੇ ਬਚਨ ਦੀ ਪੂਰਤੀ ਵਾਸਤੇ ਉਹ ਘਰੋਂ ਬਾਹਰ ਨਿਕਲ ਗਿਆ। ਉਹਦਾ ਸਾਥ ਦੇਣ ਵਾਸਤੇ ਉਹਦਾ ਭਰਾਤਾ, ਉਹਦੀ ਪਤਨੀ ਵੀ ਨਾਲ ਚੱਲ ਪਏ ਨੇ। ਉਹ ਜੰਗਲ ਦੇ ਵਿੱਚ ਗਿਆ ਹੈ। 14 ਸਾਲਾਂ ਬਾਅਦ ਉਹਨੇ ਵਾਪਸ ਮੁੜ ਆਉਣਾ ਹੈ। 14 ਸਾਲਾਂ ਵਾਸਤੇ ਘਰ ਛੱਡ ਦਿੱਤਾ ਹੈ, ਪਰ ਆਪਣੇ ਪਿਓ ਦੀ ਰੱਖ ਵਿਖਾਈ ਹੈ। ਮੈਂ ਬੇਨਤੀ, ਇਹਨੂੰ ਕਿਸੇ ਚੋਟ ਨਾ ਸਮਝ ਲੈਣਾ ਕਿਸੇ ਪ੍ਰਕਾਰ ਦੀ, ਪਰ ਉਹਦੇ ਵਿੱਚ ਮਨੁੱਖਤਾ ਦਾ ਨਹੀਂ ਕੁਝ ਸੌਰ ਦਾ ਨਜ਼ਰ ਆਉਂਦਾ। ਘਰ ਛੱਡਿਆ ਹੈ, ਹੋਰਨਾਂ ਨੇ ਘਰ ਛੱਡੇ ਹੋਣਗੇ। ਜਿਨ੍ਹਾਂ ਨੂੰ ਮਹਾਬਲੀ ਆਖਿਆ ਜਾਂਦਾ ਹੈ, ਜਿਨ੍ਹਾਂ ਨੂੰ ਦੇਵਤੇ ਆਖਿਆ ਜਾਂਦਾ, ਜਿਹਨੂੰ ਧਰਮਰਾਜ ਆਖਿਆ ਜਾਂਦਾ, ਉਹ ਧਰਮਰਾਜ ਕੀ ਕਰਦਾ ਹੈ? ਜੂਆ ਖੇਡਦਾ ਹੈ। ਜੂਆ ਖੇਡ ਕੇ ਰਾਜ ਭਾਗ ਹਾਰ ਜਾਂਦਾ ਹੈ। ਤੇ 5 ਭਰਾ ਬੈਠੇ ਸਨ, ਘਰ ਵਾਲੀ ਦਾਤੇ ਲਾਈ, ਉਹ ਵੀ ਹਾਰ ਗਏ। ਹੋਇਆ ਕਿ ਇਹਨਾਂ ਨੂੰ ਵੀ ਅਗਿਆਤਵਾਸ ਰਹਿਣਾ ਪਿਆ। ਖੁਸਰਾ ਬਣ ਕੇ ਨੱਚਿਆ ਅਰਜਨ, ਜਿਹਦੇ ਤੀਰ ਅੰਦਾਜ਼ੀ ਦਾ ਮੁਕਾਬਲਾ ਉਹਨਾਂ ਵੇਲਿਆਂ 'ਚ ਕੋਈ ਸਾਹਮਣਾ ਨਹੀਂ ਸੀ ਕਰ ਸਕਦਾ, ਉਹਦਾ ਮੁਕਾਬਲਾ ਨਹੀਂ ਸੀ ਕੋਈ ਕਰ ਸਕਦਾ ਅਰਜਨ ਦਾ। ਉਸ ਸਮੇਂ ਨੇ ਐਸੀ ਕਰਵਟ ਬਦਲੀ, ਇੱਕ ਤੇ ਉਹਨੂੰ ਅਗਿਆਤਵਾਸ ਰਹਿਣਾ ਪੈ ਗਿਆ, ਦੂਜਾ ਖੁਸਰਿਆਂ ਵਾਂਗ ਤਾੜੀਆਂ ਵਜਾਉਂਦਾ ਨਜ਼ਰ ਆਇਆ। ਪਰ ਘਰ ਛੱਡਿਆ, ਰਾਜ ਭਾਗ ਛੱਡਿਆ, ਪਰ ਇਹ ਘਰੇਲੂ ਕਲੇਸ਼ ਹੈ, ਇਹਦਾ ਮਨੁੱਖਤਾ ਦੇ ਨਾਲ ਕੋਈ ਸੰਬੰਧ ਨਹੀਂ। ਇਸ ਗੱਲ ਕਹਿਣ ਦੀ ਮੈਨੂੰ ਮੁਆਫੀ ਦੇ ਦੇਣੀ। ਗੁਰੂ ਨਾਨਕ ਘਰੋਂ ਚੱਲੇ ਨੇ ਮਨੁੱਖਤਾ ਦਾ ਭਲਾ ਕਰਨ ਵਾਸਤੇ। ਨਾ ਮਾਤਾ ਪਿਤਾ ਦੇ ਨਾਲ ਕੋਈ ਕਲੇਸ਼ ਹੈ, ਨਾ ਰਾਇਬਲਾਰ ਨੇ ਦੇਸ਼ ਨਿਕਾਲਾ ਦਿੱਤਾ ਹੈ, ਤੇ ਨਾ ਹੀ ਉਹਨਾਂ ਨੂੰ ਕੋਈ ਐਸਾ ਦੁੱਖ ਵੱਟ ਹੈ, ਨਾ ਹੀ ਘਰ ਦੇ ਵਿੱਚ ਗਰੀਬੀ ਹੈ ਕਿ ਮੈਂ ਪੈਸਾ ਕਮਾਉਣ ਵਾਸਤੇ ਵਪਾਰ ਕਰਨ ਚੱਲਿਆ ਹਾਂ। ਨਹੀਂ, ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਐਸੀ ਕੋਈ ਵੀ ਗੱਲ ਨਜ਼ਰ ਨਹੀਂ ਆਉਂਦੀ। ਘਰ ਛੱਡਣ ਦੀ ਕੋਈ ਮਜਬੂਰੀ ਹੋਵੇ, ਘਰ ਛੱਡਣ ਤੋਂ ਕਿਸੇ ਨੇ ਆਖਿਆ ਹੋਵੇ, ਘਰ ਛੱਡਣ ਤੋਂ ਕਿਸੇ ਨੇ ਦੁੱਖ ਦਿੱਤਾ ਹੋਵੇ ਤੇ ਕਾਰਨ ਬਣੇ ਹੋਣ ਕਿ ਗੁਰੂ ਨਾਨਕ ਘਰੋਂ ਨਿਕਲ ਪਵੇ। ਨਹੀਂ, ਗੁਰੂ ਨਾਨਕ ਅੱਜ ਘਰੋਂ ਚੱਲੇ ਨੇ ਆਪਣੀ ਪਤਨੀ ਨੂੰ ਪਿਆਰ ਦੇ ਕੇ ਕਿ ਮੈਂ ਦੁਨੀਆ ਦਾ ਭਲਾ ਕਰਨ ਵਾਸਤੇ ਚੱਲਾ ਹਾਂ, ਮੇਰਾ ਸਾਥ ਦੇਵੀਂ, ਵਿਜੋਗ ਨਾ ਕਰੀ। ਬੇਬੇ ਨਾਨਕੀ ਨੇ ਆਖਿਆ, ਤੁਹਾਡੇ ਪੁੱਤਰ ਨੇ, ਉਹ ਵੀਰ ਨੇ ਬੇਬੇ ਦੀ ਝੋਲੀ ਵਿੱਚ ਪਾ ਦਿੱਤੇ ਕਿ ਤੈਨੂੰ ਇਸ ਕਰਕੇ ਰੱਬ ਨੇ ਔਲਾਦ ਨਹੀਂ ਦਿੱਤੀ, ਕਿਉਂਕਿ ਇਸ ਮੇਰੀ ਔਲਾਦ ਦੀ ਮਾਂ ਤੇ ਬਾਪ ਦੋਨਾਂ ਦਾ ਫਰਜ਼ ਬੇਬੇ ਨਾਨਕੀ ਤੂੰ ਅਦਾ ਕਰਨਾ ਹੈ। ਇਸ ਕਰਕੇ ਮੈਂ ਹੁਣ ਘਰੋਂ ਚੱਲਾਂ। ਮੱਥਾ ਟੇਕ ਕੇ ਆਪਣੇ ਮਾਤਾ ਪਿਤਾ ਨੂੰ, ਮੱਥਾ ਟੇਕ ਕੇ ਬੇਬੇ ਨਾਨਕੀ ਨੂੰ, ਗੁਰੂ ਨਾਨਕ ਦੁਨੀਆ ਦਾ ਭ੍ਰਮਣ ਕਰਨ ਵਾਸਤੇ ਚੱਲਿਆ। ਇਹ ਵੀ ਗੱਲ ਯਾਦ ਰੱਖਣਾ, ਸੱਸ ਸਹੁਰਾ ਤਾਂ ਥੋੜੇ ਜੇ ਰੁੱਸੇ, ਉਹਨਾਂ ਨੇ ਦੌਲਤ ਖਾਨ ਨੂੰ ਵੀ ਆਖਿਆ ਹੈ, ਦੌਲਤ ਖਾਨ ਨਾਨਕ ਚੱਲਿਆ ਘਰ ਛੱਡ ਕੇ।
ਕਿਤੇ ਵਪਾਰ ਕਰਨ ਜਾਂਦਾ ਵਾਪਸ ਆ ਜਾਂਦਾ, ਸਾਨੂੰ ਪਤਾ ਹੁੰਦਾ ਕੀ ਇਹ ਸਾਡੀ ਧੀ ਰਾਣੀ ਨੂੰ ਹੁਣ ਮੂੰਹ ਨਹੀਂ ਵਿਖਾਏਗਾ, ਕਿਉਂਕਿ ਉਹਨਾਂ ਵੇਲੇ ਜਿਹੜੇ ਲੋਕ ਸੰਨਿਆਸ ਧਾਰਨ ਕਰ ਲੈਂਦੇ ਉਹ ਗ੍ਰਸਤੀ ਤੋਂ ਭਗੌੜੇ ਹੋ ਜਾਂਦੇ ਸਨ। ਗੁਰੂ ਨਾਨਕ ਨੇ ਆਖਿਆ ਮੈਂ ਗ੍ਰਸਤੀ ਤੋਂ ਭਗੌੜਾ ਨਹੀਂ ਹੋਣ ਲੱਗਾ, ਮੈਂ ਗ੍ਰਸਤ ਧਰਮ ਨਿਭਾਵਾਂਗਾ। ਪਰ ਇਹ ਜਿਹੜਾ ਨਿਰੰਕਾਰ ਦਾ ਹੁਕਮ ਲੈ ਕੇ ਆਇਆ ਹੈ, ਸੜਦੇ ਸੰਸਾਰ ਨੂੰ ਠੰਡ ਵਰਤਾਉਣ ਵਾਸਤੇ ਅਕਾਲ ਪੁਰਖ ਦਾ ਜੀਤੀ ਨਾਮਖੰਡ ਮੇਦਨੀ ਸਤ ਨਾਮ ਦਾ ਚੱਕਰ ਫਿਰਾਇਆ। ਇਹ ਜ਼ਰੂਰੀ ਹੈ। ਗੜ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭੇ ਨਿਵਾਇਆ। ਗੁਰੂ ਨਾਨਕ ਨੇ ਹਲੀਮੀ ਦਾ ਰਾਜ਼, ਗੁਰੂ ਨਾਨਕ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਕਿ ਨਿਰਮਲ ਪੰਥ ਚਲਾਉਣ ਵਾਸਤੇ, ਸੰਸਾਰ ਦੇ ਵਿੱਚੋਂ ਜ਼ੁਲਮ ਦਾ ਨਾਸ਼ ਕਰਨ ਵਾਸਤੇ, ਪਾਪਾਂ ਦਾ ਨਾਸ਼ ਕਰਨ ਵਾਸਤੇ, ਖਾਤਮਾ ਕਰਨ ਵਾਸਤੇ ਅਲਾਮਤਾਂ ਦਾ ਗੁਰੂ ਨਾਨਕ ਘਰੋਂ ਤੁਰੇ ਨੇ। ਤੇ ਜਿਸ ਜਗ੍ਹਾ ਤੇ ਪਹੁੰਚੇ ਨੇ ਉਹਨੂੰ ਕਹਿੰਦੇ ਨੇ ਰੁਹੇਲਖੰਡ। ਰੁਹੇਲਖੰਡ ਇੱਕ ਯੂਪੀ ਦਾ ਇਲਾਕਾ ਹੈ। ਉਸ ਇਲਾਕੇ ਦੇ ਵਿੱਚ ਗੁਰੂ ਨਾਨਕ ਪਹੁੰਚੇ ਨੇ। ਥਕਾਵਟ ਦਾ ਮਾਰਿਆ ਭਾਈ ਮਰਦਾਨਾ ਸੌਂ ਗਿਆ, ਪਰ ਗੁਰੂ ਨਾਨਕ ਨੂੰ ਨੀਂਦ ਨਹੀਂ ਆ ਰਹੀ। ਗੁਰੂ ਨਾਨਕ ਦੇ ਕੰਨਾਂ ਦੇ ਵਿੱਚ ਚੀਖਾਂ ਸੁਣਾਈ ਦੇ ਰਹੀਆਂ, ਦੁਖੀਆਂ ਦੀਆਂ ਪੁਕਾਰਾਂ ਸੁਣਾਈ ਦੇ ਰਹੀਆਂ। ਚਿੰਤਾ ਕਰ ਰਹੇ ਮਨੁੱਖਾਂ ਦੀਆਂ ਚਿੰਤਾਵਾਂ ਗੁਰੂ ਨਾਨਕ ਦੀ ਬਿਰਤੀ ਟਿਕਣ ਨਹੀਂ ਦਿੰਦੀਆਂ। ਤੇ ਬਾਕੀ ਸਾਰੀ ਕਾਇਨਾਤ ਮੌਤ ਰਾਣੀ ਵਾਂਗ ਜਿਵੇਂ ਨੀਂਦ ਆਗੋਸ਼ ਵਿੱਚ ਲੈ ਜਾਂਦੀ ਹੈ, ਉਸ ਤਰੀਕੇ ਨਾਲ ਉਹ ਸੁੱਖ ਮਾਣ ਰਹੇ ਆ। ਆਓ ਤੱਕੀਏ, ਕੌਣ ਸੁੱਤਾ ਏ, ਕੌਣ ਜਾਗਦਾ ਏ, ਹਾਲਾਤ ਕੀ ਵਾਪਰ ਰਹੇ ਨੇ। ਇਹਨੂੰ ਗੱਡੀ ਛੰਦ ਆਖਿਆ ਜਾਂਦਾ ਹੈ। ਸੁਣੀਏ ਪਿਆਰ ਨਾਲ, ਇਉਂ ਬੇਨਤੀ ਕੀਤੀ ਜਾਂਦੀ ਹੈ। ਪਿੰਨੀ ਰਹਿਣ ਚਮਕਦੇ ਤਾਰੇ, ਪਿੰਨੀ ਰਹਿਣ ਚਮਕਦੇ ਤਾਰੇ, ਰਾਜ ਹੈ ਸਿਰਾਣੀ ਨੀਂਦ ਦਾ, ਰਾਜ ਹੈ ਸਿਰਾਣੀ ਨੀਂਦ ਦਾ, ਸੇਜ ਸੁੱਖਾਂ ਦੀ, ਸੇਜ ਸੁੱਖਾਂ ਦੀ ਬਰਾਜੀ ਦੁਨੀਆ, ਸੇਜ ਸੁੱਖਾਂ ਦੀ ਬਰਾਜੀ ਦੁਨੀਆ। ਕੌਣ ਸੀ ਚਵਰ ਕਰਦੀ, ਕੌਣ ਸੀ ਚਵਰ ਕਰਦੀ, ਰਾਜ ਚੁੱਪ ਦਾ, ਰਾਗ ਚੁੱਪ ਦਾ ਸੁਪਨਿਆ ਸੋਹਿਆ, ਰਾਗ ਚੁੱਪ ਦਾ ਸੁਪਨਿਆ ਸੋਹਿਆ। ਜਾਦੂ ਪਾਇਆ ਸਾਰੇ ਜਗ ਤੇ, ਜਾਦੂ ਪਾਇਆ ਸਾਰੇ ਜਗ ਤੇ, ਕੋਈ ਜਾਗਦਾ, ਕੋਈ ਜਾਗਦਾ, ਜਾਗਦਾ ਅੱਲਾ ਦਾ ਪਿਆਰਾ, ਕੋਈ ਜਾਗਦਾ ਅੱਲਾ ਦਾ ਪਿਆਰਾ। ਜਿਹਦੀ ਲੱਗੀ ਨਾਲ ਰੱਬ ਦੇ, ਜਿਹਦੀ ਲੱਗੀ ਨਾਲ ਰੱਬ ਦੇ, ਜਾਂ ਕੋਈ ਜਾਗਦਾ, ਜਾਂ ਕੋਈ ਜਾਗਦਾ ਪੁਰਾਣਾ ਰੋਗੀ, ਜਾਂ ਕੋਈ ਜਾਗਦਾ ਪੁਰਾਣਾ ਰੋਗੀ। ਹਰ
ਰਾਤ ਭਰ ਬਈ रात भर जो बनते आई, रात भर जो बनते आई। ਬੰਦ ਹੋਇਆ ਪੱਖਾ ਪਾਉਣ ਦਾ, ਬੰਦ ਹੋਇਆ ਪੱਖਾ ਪਾਉਣ ਦਾ ਉਸੇ ਵਕਤ, उस वक्त बदल गई दुनिया, उस वक्त बदल गई दुनिया। ਮਾਨੋ ਰਾਜ ਉਲਟ ਗਿਆ, ਮਾਨੋ ਰਾਜ ਉਲਟ ਗਿਆ, ਦਿਖੀ ਚੀਕ दिखी चीक किस दुखिए दी, ਦਿਖੀ ਚੀਕ ਕਿਸੇ ਦੁਖੀਏ ਦੀ, ਦਿਖੀ चीक किस दुखिए दी। ਚੀਰ ਗਈਏ ਸੀਨਾ ਚੁੱਪਦਾ, ਚੀਰ ਗਈਏ ਸੀਨਾ ਚੁੱਪਦਾ, ਸੁਣ ਤੜਪ सुन तड़प उठे दिल वाले, सुन तड़प उठे दिल वाले। ਆਹ ਮਜਲੂਮਾਂ ਦੀ, ਆਹ ਮਜਲੂਮਾਂ ਦੀ ਉਤੋਂ ਅਰਸ਼, ਉੱਤੋਂ ਅਰਸ਼ ਮੌਲਾ ਦਾ ਕੰਬਿਆ, ਉੱਤੋਂ ਅਰਸ਼ ਮੌਲਾ ਦਾ ਕੰਬਿਆ। ਧਰਤੀ ਡੋਲ ਗਈ, ਧਰਤੀ ਡੋਲ ਗਈ, ਹੰਝੂ ਫੁੱਲ ਹੰਝੂ ਫੁੱਲ ਪੱਤਿਆਂ ਨੇ ਘੇਰੇ, ਹੰਝੂ ਫੁੱਲ ਪੱਤਿਆਂ ਨੇ ਘੇਰੇ। ਚਮਕੇ ਤਰੇਲ ਬਣ ਕੇ, ਚਮਕੇ ਤਰੇਲ ਬਣ ਕੇ ਉਸੇ ਵਕਤ, ਉਸ ਵਕਤ, ਵਕਤ ਸਮਾਧੀ ਖੁੱਲ ਗਈ, ਉਸ ਵਕਤ ਸਮਾਧੀ ਖੁੱਲ ਗਈ। ਵਾਲੀ ਦੋ ਜਹਾਨ ਦੇ ਦੀ, ਵਾਲੀ ਦੋ ਜਹਾਨ ਦੇ ਦੀ, ਕਿਹਾ ਹੜ ਜੋ ਕਿ ਹੜ ਜੋ ਜ਼ੁਲਮ ਦਾ ਆਇਆ, ਕਿ ਹੜ ਜੋ ਜ਼ੁਲਮ ਦਾ ਆਇਆ। ਅੱਗੇ ਹੋ ਕੇ ਜਾਈਏ ਇਸ ਨੂੰ, ਅੱਗੇ ਹੋ ਕੇ ਜਾਈਏ ਇਸ ਨੂੰ, ਥੱਲਣਾ ਹੱਲਣਾ ਦੁੱਖ ਮਜਲੂਮਾਂ ਦਾ ਔਖਾ ਚੱਲਣਾ, ਦੁੱਖ ਮਜਲੂਮਾਂ ਦਾ ਔਖਾ ਚੱਲਣਾ, ਦੁੱਖ ਮਜਲੂ ਲੂਮਾਂ ਦਾ ਔਖਾ ਚੱਲਣਾ। ਇਹ ਸੀ ਹਾਲਾਤ ਉਸ ਰਾਤ ਦੇ ਜਦੋਂ ਗੁਰੂ ਨਾਨਕ ਉਹ ਬਿਜਨੌਰ ਬਰੇਲੀ ਵਾਲੇ ਇਲਾਕੇ ਦੇ ਵਿੱਚ, ਉਸ ਵਕਤ ਅੱਜ ਵਾਲੀ ਇਹ ਯੂਪੀ ਨਹੀਂ ਸੀ, 500 ਸਾਲ ਪਹਿਲਾਂ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਕਾਂਤ ਵਿੱਚ ਬੈਠੇ ਹੋਏ ਦੁਖੀਆਂ ਦੀਆਂ ਆਹਾਂ ਪੁਕਾਰਾਂ ਸੁਣ ਰਹੇ ਨੇ। ਮਰਦਾਨਾ ਥਕਾਵਟ ਦੇ ਨਾਲ ਸੌਂ ਗਿਆ। ਕੋਈ ਰੋਗੀ ਜਾਗਦਾ ਹੋਵੇਗਾ, ਕੋਈ ਭੋਗੀ ਜਾਗਦਾ ਹੋਵੇਗਾ, ਕੋਈ ਚੋਰ ਡਾਕੂ ਲੁਟੇਰਾ ਜਾਗਦਾ ਹੋਵੇਗਾ, ਬਾਕੀ ਸਾਰੇ ਨੀਂਦ ਰਾਣੀ ਦੀ ਬੁੱਕਲ ਵਿੱਚ ਸੁੱਤੇ ਹੋਏ ਨੇ। ਪਰ ਗਰੀਬਾਂ ਦਾ ਦਰਦ, ਦਰਦ ਦੇ ਨਾਲ ਦਰਦ ਮਿਲਾਉਣ ਵਾਲੇ ਉਹ ਕਿਵੇਂ ਸੌਂ ਸਕਦੇ ਨੇ ਪੁਕਾਰਾਂ ਸੁਣ ਕੇ? ਬਾਬੇ ਦਾ ਦਿਲ ਤੇ ਗਰੀਬਾਂ ਦੇ ਦਰਦ ਨਾਲ ਭਰ ਭਰ ਉਛਲਦਾ ਹੈ। ਜਿਨ੍ਹਾਂ ਕੰਨਾਂ ਦੇ ਵਿੱਚ ਚੀਸਾਂ ਮਾੜਿਆਂ ਦੀਆਂ ਦੁਖੀਆਂ ਦੀਆਂ ਪੈ ਰਹੀਆਂ ਨੇ, ਕੀ ਹੋ ਰਿਹਾ ਹੈ? ਤਗੜਾ ਮਾੜੇ ਨੂੰ ਦਬਾਉਂਦਾ ਹੈ। ਕੀ ਹੋ ਰਿਹਾ ਹੈ? ਡਾਡਾ ਅਮੀਰ ਮਾੜੇ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ, ਉਹਦਾ ਹੱਕ ਖਾ ਰਿਹਾ ਹੈ। ਚਾਰ ਚੁਫੇਰੇ ਹਾਹਾਕਾਰ ਮੱਚੀ ਹੋਈ ਹੈ। ਬਾਬੇ ਨੂੰ ਉਹਨਾਂ ਦੁਖੀਆਂ ਦੀਆਂ ਪੁਕਾਰਾਂ ਸੁਣਦੀਆਂ ਨੇ, ਬਾਬੇ ਦੀ ਸਮਾਧੀ ਖੁੱਲ ਗਈ। ਰਾਤ ਜਿਵੇਂ ਬਤੀਤ ਹੋਈ ਹੋ ਗਈ, ਤੜਕਸਾਰ ਹੋਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਮਰਦਾਨਾ ਉੱਠ, ਸਮਾਂ ਹੋ ਗਿਆ, ਸੰਭਾਲ ਆਪਣੇ ਆਪ ਨੂੰ। ਮਰਦਾਨਾ ਉੱਠਿਆ ਹੈ। ਉਸਨੇ ਆਪਣੀ ਕਿਰਿਆ ਸੁਧੀ, ਆਪਣੀ ਲੋਈ ਚਾਦਰ ਸਿੱਧੀ ਕੀਤੀ ਹੈ, ਰਬਾਬ ਦੀ ਤਿਆਰੀ ਕੀਤੀ ਹੈ। ਹੁਕਮ ਲੈਣ ਵਾਸਤੇ ਮਰਦਾਨਾ ਗੁਰੂ ਨਾਨਕ ਦੇ ਮੁਬਾਰਕ ਚਿਹਰੇ ਵੱਲ ਤੱਕ ਰਿਹਾ। ਹੁਣ ਜਿਹੜਾ ਕੋਈ ਵੀ ਸਰੀਰ ਹੈ ਨਾ, ਉਹ ਰਾਤ ਭਰ ਜਾਗਿਆ ਹੋਵੇ ਤੇ ਅੰਮ੍ਰਿਤ ਵੇਲੇ ਉਹਦੇ ਚਿਹਰੇ ਦਾ ਰੰਗ ਕੁਝ ਹੋਰ ਹੋਇਆ ਕਰਦਾ। ਤੇ ਜੇਕਰ ਉਹ ਚਿੰਤਾ
ਬੇਸ਼ੱਕ ਇਹ ਕਹਿੰਦੇ ਗੁਰੂ ਨਾਨਕ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ, ਪਰ ਗੁਰੂ ਨਾਨਕ ਨੂੰ ਇਹ ਚਿੰਤਾ ਵੀ ਰਹੀ, ਇਹ ਦੁੱਖ ਵੀ ਰਿਹਾ, ਸੰਸਾਰ ਦਾ ਭਲਾ ਕਿਵੇਂ ਕੀਤਾ ਜਾਵੇ। ਦੁਖੀਆਂ ਦੀਆਂ ਦੁਖੀਆਂ ਆਹਾਂ ਸੁਣ ਕੇ ਚਿਹਰੇ ਤੇ ਕੋਈ ਤੇ ਰੰਗ ਆਇਆ ਹੋਵੇਗਾ ਜਿਹੜਾ ਭਾਈ ਮਰਦਾਨਾ ਜੀ ਨੇ ਵੇਖਿਆ ਕਿ ਬਾਬਾ ਅੱਜ ਉਸ ਰੰਗ ਵਿੱਚ ਨਹੀਂ ਜਿਸ ਰੰਗ ਵਿੱਚ ਮੈਨੂੰ ਕੋਈ ਨਵੇਕਲਾ ਹੁਕਮ ਮਿਲਦਾ। ਅੱਜ ਬਾਬੇ ਦੀਆਂ ਅੱਖਾਂ ਦਾ ਰੰਗ ਕੁਝ ਹੋਰ ਹੈ, ਅੱਜ ਮੁਬਾਰਕ ਚਿਹਰੇ ਦੇ ਦਰਸ਼ਨ ਕਰ ਰਹੇ ਹਾਂ, ਕੁਝ ਮੈਨੂੰ ਹੋਰ ਨਜ਼ਰ ਆਉਂਦਾ ਹੈ। ਬਾਬੇ ਦੀ ਰਮਜ ਸ਼ਾਇਦ ਮਰਦਾਨਾ ਨਹੀਂ ਸਮਝ ਪਾਇਆ ਹੋਵੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲੋਂ ਉਮਰ ਦੇ ਵਿੱਚ 10 ਸਾਲ ਵੱਡਾ ਹੈ, ਜਿਸ ਕਰਕੇ ਸਤਿਗੁਰੂ ਨੇ ਭਾਈ ਮਰਦਾਨਾ ਆਖਿਆ। ਅਸੀਂ ਕਹਿੰਦੇ ਆ ਮਰਦਾਨਾ ਮਰਾਸੀ ਹੈ, ਦੂਜਾ ਸ਼ੂਦਰ ਹੈ, ਇੱਕ ਵੈਸ਼ ਸ਼੍ਰੇਣੀ ਦੇ ਵਿੱਚੋਂ ਹੈ ਜਿਹਨੂੰ ਅਸੀਂ ਬਾਲਾ ਆਖਦੇ ਜਾਂ ਭਾਈ ਲਾਲੋ ਆਖਦੇ। ਭਾਈ ਲਾਲੋ ਘਟੋੜਾ ਗੋਦ ਦਾ ਤਰਖਾਣ ਹੈ, ਗੁਰੂ ਨਾਨਕ ਭਾਈ ਲਾਲੋ ਦੇ ਘਰ ਰਹਿੰਦੇ ਨੇ। ਸ਼ੂਦਰ ਆਖਿਆ ਜਾਂਦਾ, ਮਰਾਸੀ ਆਖਿਆ ਜਾਂਦਾ, ਮੰਗ ਖਾਣਾ ਡੂਮ ਆਖਿਆ ਜਾਂਦਾ ਹੈ। ਭਾਈ ਮਰਦਾਨੇ ਨੂੰ ਕਿਉਂ ਨਾਲ ਲਿਆ, ਇਹ ਤੁਸੀਂ ਵੀ ਯਾਦ ਰੱਖੋ। ਦੱਸੋ ਲੋਕਾਂ ਨੂੰ ਆਪਣੀ ਸੁਸਾਇਟੀ ਦੇ ਵਿੱਚ, ਆਪਣੇ ਫਰੈਂਡ ਸਰਕਲ ਦੇ ਵਿੱਚ ਜਦੋਂ ਬੈਠਦੇ ਹੋ ਗੱਲਾਂ ਕਰੋ। ਗੁਰੂ ਨਾਨਕ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਤੁਰਨ ਲੱਗਿਆ ਘਰ ਤੋਂ, ਘਰ ਦੇ ਸੋਖੀ ਨਹੀਂ ਤਿਆਗੇ, ਬਹੁਤ ਵੱਡੀ ਇੱਕ ਦੀਵਾਰ ਨੂੰ ਵੀ ਤੋੜਿਆ ਹੈ। ਉਹ ਦੀਵਾਰ ਕੀ ਸੀ? ਜਿਸ ਨੂੰ ਸ਼ੂਦਰ ਆਖਿਆ ਜਾਂਦਾ। ਸ਼ੂਦਰ ਉਹਨਾਂ ਵੇਲਿਆਂ 'ਚ ਪਰਮਾਤਮਾ ਦਾ ਨਾਮ ਸੁਣ ਨਹੀਂ ਸੀ ਸਕਦਾ, ਪਰਮਾਤਮਾ ਦਾ ਨਾਮ ਬੋਲ ਨਹੀਂ ਸੀ ਸਕਦਾ। ਜੇਕਰ ਕੋਈ ਪਰਮਾਤਮਾ ਦਾ ਨਾਮ ਜਪਦਾ, ਉਹਦੀ ਜ਼ੁਬਾਨ ਵੱਢ ਕੇ ਸੁੱਟ ਦਿੱਤੀ ਜਾਂਦੀ। ਕੋਈ ਸੁਣਦਾ ਕੰਨਾਂ ਰਾਹੀਂ ਤੇ ਸਿੱਕਾ ਪਿਘਲਾ ਕੇ ਉਹਦੇ ਕੰਨ ਦੇ ਵਿੱਚ ਪਾ ਕੇ ਸਦਾ ਵਾਸਤੇ ਉਹਦੇ ਕੰਨ ਬੰਦ ਕਰ ਦਿੱਤੇ ਜਾਂਦੇ। ਨਾ ਹੀ ਸ਼ੂਦਰ ਨੂੰ ਪਰਮਾਤਮਾ ਦਾ ਜਸ ਸੁਣਨ ਦਾ ਅਧਿਕਾਰ, ਨਾ ਹੀ ਗਾਉਣ ਦਾ ਅਧਿਕਾਰ। ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਇਸ ਵੱਡੀ ਦੀਵਾਰ ਨੂੰ ਧੱਕਾ ਮਾਰ ਕੇ ਪਰੇ ਮਾਰੇ। ਮਰਦਾਨਾ, ਲੋਕ ਤੈਨੂੰ ਨੀਵਾਂ ਆਖਦੇ ਨੇ, ਨੀਚ ਆਖਦੇ ਨੇ, ਨੀਵੀਂ ਜਾਤ ਆਖਦੇ ਨੇ, ਸ਼ੂਦਰ ਆਖਦੇ ਨੇ, ਚੱਲ ਮੇਰੇ ਨਾਲ, ਪਰਮਾਤਮਾ ਦਾ ਨਾ ਸੁਣਨਾ ਤੇ ਗਾਉਣਾ ਤੈਨੂੰ ਅਧਿਕਾਰ ਦਿੰਨੇ ਆ। ਤੈਨੂੰ ਕੋਈ ਰੁਕਾਵਟ ਪੈਦਾ ਨਹੀਂ ਕਰੇਗਾ ਕਿ ਤੂੰ ਬਾਬੇ ਦੇ ਨਾਲ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਦਾਨਾ ਨਾਲ ਲਿਆ। ਉਸ ਇਲਾਕੇ ਦੇ ਵਿੱਚ ਭਲਾ ਕਰਨ ਵਾਸਤੇ ਗੁਰੂ ਨਾਨਕ ਨੇ ਹੀ ਇਹ ਗਿਆਨ ਦਿੱਤਾ। ਗੁਰੂ ਨਾਨਕ ਨੂੰ ਹੀ ਪਤਾ ਹੈ ਆਉਣ ਵਾਲਾ ਸਮਾਂ ਕਿਹੋ ਜਿਹਾ ਤੇ ਕੀ ਹੋਵੇਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਰਦਾਨਾ ਨੂੰ ਕਹਿੰਦੇ, ਮਰਦਾਨਾ ਸੁਚੇਤ ਹੈ। ਜਿਵੇਂ ਆਪਾਂ ਸੁੱਤੇ ਹੋਏ ਮਨੁੱਖ ਨੂੰ ਉਠਾਉਂਦੇ ਆ, ਇੱਕ ਗੱਲ ਸ਼ਬਦ ਵਰਤਦੇ ਆ, ਸੋਮਨ ਹੋ ਜਾ। ਸੋਮਨ ਹੈ? ਕਹਿੰਦਾ ਜੀ ਹਾਂ ਬਿਲਕੁਲ ਤਿਆਰ ਹੈ। ਸਤਿਗੁਰੂ ਕਹਿੰਦੇ ਜੇ ਤੂੰ ਸੋਮਨ ਹੈ, ਤੂੰ ਨੀਂਦ ਵਿੱਚ ਨਹੀਂ, ਤੂੰ ਜਾਗਿਆ ਹੋਇਆ। ਬਿਲਕੁਲ ਸਤਿਗੁਰੂ ਜੀ ਜਾਗਿਆ ਹੈ, ਕੋਈ ਉਬਾਸੀਆਂ ਤੇ ਨਹੀਂ ਲੈ ਰਿਹਾ, ਉਹ ਨੀਂਦਰਾ ਚ ਵਿੱਚ ਤੇ ਨਹੀਂ, ਉਗਲਾਂਦਾ ਤੇ ਨਹੀਂ, ਪਾਤਸ਼ਾਹ ਬਿਲਕੁਲ ਨਹੀਂ। ਸਤਿਗੁਰੂ ਕਹਿੰਦੇ ਫਿਰ ਮਰਦਾਨਾ ਤੈਨੂੰ ਹੁਕਮ ਦਿੰਦੇ ਆ, ਸਾਡੇ ਕੋਲੋਂ ਦੂਰ ਚਲਾ ਜਾ, ਵਿਛੜ ਜਾ, ਸਾਥੋਂ ਦੂਰ ਚਲਾ ਜਾ। ਮਰਦਾਨਾ ਜੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਮਰਦਾਨਾ ਆਖਣ ਲੱਗਾ, ਬਾਬਾ ਜਿੰਨਾ ਸਮਾਂ ਤੇਰੇ ਨਾਲ ਰਿਹਾ, ਜਦੋਂ ਵੀ ਮੈਨੂੰ ਨੀਂਦ ਚੋਂ ਜਗਾਉਂਦਾ ਹੈ, ਮੈਨੂੰ ਹੁਕਮ ਦਿੰਦਾ ਹੈ, ਮੈਨੂੰ ਹਮੇਸ਼ਾ ਹੁਕਮ ਇਹ ਮਿਲਦਾ, ਮਰਦਾਨਾ ਰਬਾਬ ਛੇੜ ਬਾਣੀ ਆਈ ਹੈ, ਉਸ ਕਰਤਾਰ ਦਾ ਸਦ ਗਾਵੀਏ। ਬਾਬਾ ਅੱਜ ਇਹ ਕੀ ਹੁਕਮ ਦੇ ਛੱਡਿਆ, ਮੈਂ ਤੇ ਇੱਥੋਂ ਚਲਾ ਜਾ। ਬਾਬਾ ਮੇਰੀ ਤੇਰੇ ਤੋਂ ਬਿਨਾ ਥਾਂ ਕਿਹੜੀ ਹੈ? ਇੱਥੇ ਕਿਹੜੀ ਮੇਰੀ ਰਿਸ਼ਤੇਦਾਰੀ ਕੋ ਸੱਜਣ ਤਾਈ ਹੈ ਜਿਹਦੇ ਕੋਲ ਚਲਾ ਜਾਵਾਂਗਾ? ਇੱਥੇ ਰਾਤੀ ਆਏ ਆ, ਨਹੀਂ ਕਿਸੇ ਇਲਾਕੇ ਦੀ ਜਾਣ ਪਛਾਣ, ਨਹੀਂ ਕਿਸੇ ਮਨੁੱਖ ਦੇ ਨਾਲ ਜਾਣ ਪਛਾਣ, ਨਾ ਕੋਈ ਰਿਸ਼ਤੇਦਾਰੀ ਹੈ, ਕਿਹਦੇ ਕੋਲ ਜਾਵਾਂਗਾ? ਤੇਰੇ ਚਰਨਾਂ ਦੇ ਨਾਲ ਰਹਾ, ਤੇਰੇ ਨਾਲ ਮੈਨੂੰ ਐਂ ਪ੍ਰਤੀਤ ਹੁੰਦਾ ਮੈਂ ਤੇਰੇ ਨਾਲ ਨਹੀਂ, ਮੈਂ ਆਪਣੇ ਖੁਦਾ ਦੇ ਨਾਲ ਹਾਂ। ਬਾਬਾ ਮੈਂ ਤੈਨੂੰ ਆਪਣਾ ਖੁਦਾ ਹੀ ਮੰਨਦਾ ਹੈ, ਤੇ ਜੇ ਮੈਨੂੰ ਖੁਦਾ ਕਹੇ ਮੇਰੇ ਤੋਂ ਦੂਰ ਚਲਾ ਜਾ, ਵਿਛੜ ਜਾ, ਕਿਤੇ ਹੋਰ ਜਗ੍ਹਾ ਤੇ ਚਲਾ ਜਾ, ਮੈਂ ਕਿੱਥੇ ਜਾਵਾਂਗਾ? ਮਰਦਾਨਾ ਨੂੰ ਐਂ ਲੱਗਾ ਜਿਵੇਂ ਉਸ ਨੂੰ ਕਿਸੇ ਨੇ ਧੱਕਾ ਦੇ ਕੇ ਤਪਦੇ ਖੂਹ ਦੇ ਵਿੱਚ ਸੁੱਟ ਦਿੱਤਾ ਹੋਵੇ ਤੇ ਮਰਦਾਨਾ ਝੁਲਸ ਗਿਆ ਹੋਵੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਾ ਇਹ ਜੋ ਹੋਣ ਵਾਲੇ ਤੈਨੂੰ ਅਸੀਂ ਨਾਲ ਨਹੀਂ ਰੱਖ ਸਕਦੇ। ਮਰਦਾਨਾ ਤੂੰ ਜਾ, ਚਲਾ ਜਾ ਸਾਡੇ ਲਾਗੋਂ, ਦੂਰ ਚਲਾ ਜਾ ਸਾਡੇ ਨਾਲੋਂ। ਮੈਂ ਕਿੱਥੇ ਜਾਵਾਂ? ਸਤਿਗੁਰੂ ਕਹਿੰਦੇ ਆ ਸਾਨੂੰ ਪਿੱਠ ਕਰ ਤੇ ਜਿੱਧਰ ਨੂੰ ਮੂੰਹ ਹੁੰਦਾ ਤੇ ਚਲਾ ਜਾ। ਮਰਦਾਨਾ ਹੈਰਾਨ ਹੈ ਕਿ ਐਡਾ ਵੱਡਾ ਹੁਕਮ ਕਿਸ ਗਲਤੀ ਤੋਂ ਮਿਲ ਗਿਆ। ਪਰ ਮਰਦਾਨਾ ਹੁਕਮ ਵਿੱਚ ਰਹਿਣਾ ਵੀ ਤੇ ਸਿੱਖਿਆ ਹੈ ਗੁਰੂ ਨਾਨਕ ਦੇ ਨਾਲ। ਮਨ ਮਨ ਭਾਰੀਆਂ ਲੱਤਾਂ ਹੋ ਗਈਆਂ, ਤੁਰਨ ਦਾ ਯਤਨ ਕਰਦਾ, ਤੁਰਿਆ ਨਹੀਂ ਜਾਂਦਾ। ਆਪ ਜਾਣਦੇ ਹੋ ਜਦੋਂ ਬੰਦੇ ਦਾ ਮਕਸਦ ਹੱਲ ਨਾ ਹੋਵੇ, ਜਿੱਧਰ ਨੂੰ ਕੋਈ ਤੇ ਭੇਜੇ ਉਧਰ ਜਾਣਾ ਨਾ ਚਾਹੁੰਦਾ ਹੋਵੇ, ਫਿਰ ਉਹਦੀਆਂ ਲੱਤਾਂ ਸਾਥ ਨਹੀਂ ਦਿੰਦੀ, ਉਹ ਤੋਂ ਤੁਰਿਆ ਨਹੀਂ ਜਾਂਦਾ। ਮਨ ਮਨ ਭਾਰੀਆਂ ਲੱਤਾਂ ਹੋ ਜਾਂਦੀਆਂ, ਤੁਰਿਆ ਨਹੀਂ ਜਾ ਰਿਹਾ।
पर हुक्म है गुरु नानक दा मर्दाना साडे कोलों दूर चला जा, जिधर भी जा सकदा चला जा, पर साडे कोल रहण दा तैनू हुण हुक्म नहीं, जा तुर जा। हुण मर्दाना ना चाहुंदा होया भी गुरु नानक दा हुक्म मन के तुरन लगा है, पर ओदा दिल रोंदा है। आओ तकीए, हुक्म मन के मर्दाना आयो तुर पिया जी। हुक्म मर्दाना तुरया उजर ना कीता काई, मन हुक्म मर्दाना तुरया उजर ना कीता काई। हाँ मन हुक्म मर्दाना तुरया उजर न कीता काई, मन हुक्म मर्दाना तुरया उजर न कीता काई। जो जो जान लबाते आई, जो जो व्यथ पवे दिल खुसे जान लबाते आई। हाँ जो जो व्यथ पवे दिल खुसे जान लबाते आई, जो जो व्यथ पवे दिल खुसे जान लबाते आई। हाँ मार करे पुठियां छुरियां दे बिरहा वांग कसाई, मार करे पुठियां छुरियां दे बिरहा वांग कसाई, वार करे पुठियां छुरियां दे बिरहों वांग कसाई। हाँ वार करे पुठियां छुरियां दे बिरहों वांग कसाई, वार करे पुठियां छुरियां दे बिरहों वांग कसाई। हाँ सारे दुख दुनिया दे मंदे सब तो बुरी जुदाई। सब तो बुरी जुदाई, सारे दुख दुनिया दे मंदे सब तो बुरी जुदाई। हाँ सारे दुख दुनिया दे मंदे सब तो बुरी जुदाई, सारे दुख दुनिया दे मंदे सब तो बुरी जुदाई। मन हुक्म मर्दाना तुरया उजर ना कीता काई।
ਭਾਈ ਮਰਦਾਨਾ ਨਾ ਚਾਹੁੰਦਾ ਹੋਇਆ ਵੀ ਹੁਕਮ ਦੀ ਤਾਮੀਲ ਕਰਦਾ, ਹੁਕਮ ਨੂੰ ਮੰਨਦਾ ਹੋਇਆ ਗੁਰੂ ਨਾਨਕ ਸਾਹਿਬ ਜੀ ਤੋਂ ਦੂਰ ਹੁੰਦਾ, ਜਿਹਨੂੰ ਮੂੰਹ ਕੀਤਾ ਤੁਰ ਪਿਆ। ਮਨ ਦੇ ਵਿੱਚ ਕਈ ਹਜ਼ਾਰਾਂ ਉੱਠੇ ਸਵਾਲਾਂ ਨੂੰ ਦਬਾਉਂਦਾ ਹੋਇਆ ਭਾਈ ਮਰਦਾਨਾ ਤੁਰਿਆ ਜਾ ਰਿਹਾ ਕਿ ਕਿਉਂ ਮੈਨੂੰ ਇਹ ਹੁਕਮ ਮਿਲਿਆ, ਕਿਉਂ ਮੈਂ ਵਾਕਿਆ ਮੰਨ ਕੇ ਤੁਰ ਪਿਆ। ਕੋਈ ਸਿੰਘ ਨਾ ਮਾੜਾ ਜਿਹਾ ਬਾਹਰ ਜਾਇਓ, ਕਿਸੇ ਨੇ ਗੱਡੀ ਗਲਤ ਥਾਂ ਤੇ ਕੀਤੀ ਆ, ਉਹ ਉੱਥੋਂ ਰੋਸ਼ਨੀ ਪੈ ਰਹੀ ਹੈ, ਉਹ ਦਰਵਾਜ਼ਾ ਬੰਦ ਕਰ ਦਿਓ ਜਾਂ ਕੋਲੇ। ਇਕਾਗਰਤਾ ਬਣਾਇਓ, ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਇਲਾਕੇ 'ਚ ਕਿਉਂ ਗਏ, ਕਿਉਂ ਮਰਦਾਨੇ ਨੂੰ ਆਖਿਆ ਮਰਦਾਨਿਆਂ ਦੂਰ ਹੋ ਜਾ? ਉਹਦਾ ਬਹੁਤ ਵੱਡਾ ਕਾਰਨ ਹੈ। ਉਸ ਇਲਾਕੇ ਦੇ ਵਿੱਚ ਬਰਦਾ ਫਰੋਸ਼ੀ ਦੀ ਇੱਕ ਮੰਡੀ ਹੈ। ਬਰਦਾ ਫਰੋਸ਼ੀ ਕਿਹਨੂੰ ਆਖਿਆ ਜਾਂਦਾ ਹੈ? ਜਿੱਥੇ ਆਮ ਕਰਕੇ ਜਾਨਵਰ ਵਿਕਦੇ ਨੇ। ਤੁਸੀਂ ਬਾਜ਼ਾਰਾਂ ਵਿੱਚ ਮੰਡੀਆਂ ਵਿੱਚ ਬੜਾ ਕੁਝ ਵਿਕਦਾ ਵੇਖਿਆ, ਨਵੀਆਂ ਪੁਰਾਣੀਆਂ ਗੱਡੀਆਂ ਵਿਕਦੀਆਂ ਵੇਖੀਆਂ ਨੇ, ਨਵੇਂ ਪੁਰਾਣੇ ਕੱਪੜੇ ਵਿਕਦੇ ਵੇਖੇ ਨੇ, ਨਵੀਆਂ ਪੁਰਾਣੀਆਂ ਫਸਲਾਂ ਵਿਕਦੀਆਂ ਵੇਖੀਆਂ ਨੇ, ਪਸ਼ੂ ਵਿਕਦੇ ਵੇਖੇ ਨੇ, ਗਾਵਾਂ ਮੱਝਾਂ। ਧੰਨਵਾਦ ਜੀ, ਠੀਕ ਹੈ ਜੀ, ਧੰਨਵਾਦ। ਗਾਵਾਂ ਮੱਝਾਂ ਵਿਕਦੀਆਂ ਵੇਖੀਆਂ ਨੇ। ਉਸ ਬਰਦਾ ਫਰੋਸ਼ੀ ਦੀ ਮੰਡੀ ਦੇ ਵਿੱਚ ਬੰਦੇ ਵਿਕਿਆ ਕਰਦੇ ਸਨ, ਜਨਾਨੀਆਂ ਵਿਕਦੀਆਂ, ਬੱਚੇ ਬੁੱਢੇ ਗੁਲਾਮ ਬਣਾ ਕੇ ਵੇਚੇ ਜਾਂਦੇ ਸਨ। ਤੇ ਉਸ ਇਲਾਕੇ ਦੇ ਵਿੱਚ ਬਹੁਤ ਵੱਡੀ ਮੰਡੀ ਸੀ ਬਰਦਾ ਫਰੋਸ਼ੀ ਦੀ, ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਦਿੱਤਾ, ਮਰਦਾਨਾ ਤੂੰ ਚਲਾ ਜਾ ਸਾਡੇ ਲਾਗੋਂ। ਮਰਦਾਨਾ ਚਲਾ ਗਿਆ। ਦਿਨ ਦਾ ਜਰਾ ਕੋ ਚੜਾ ਹੋਇਆ। ਉਸ ਇਲਾਕੇ ਨੂੰ ਰੁਹੇਲਖੰਡ ਆਖਿਆ ਜਾਂਦਾ ਹੈ। ਇੱਕ ਰੁਹੇਲਾ ਇਲਾਕਾ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਰਹਿ ਗਿਆ। ਉੱਥੋਂ ਦੇ ਪਠਾਨ ਬੜੇ ਨਾਮਵਰ ਸਨ। ਉਹਨਾਂ ਦਾ ਵਡੇਰਾ ਉੱਧਰ ਜਾ ਕੇ ਵਸਿਆ ਤੇ ਉੱਥੇ ਵੀ ਇੱਕ ਕਬੀਲਾ ਬਣ ਗਿਆ ਪਠਾਨਾਂ ਦਾ। ਉੱਥੇ ਇੱਕ ਪਠਾਨ ਘੋੜ ਚੜਿਆ ਹੋਇਆ ਸਵਾਰ ਆ ਗਿਆ। ਉਸਨੇ ਦੂਰ ਵੇਖਿਆ ਕਿ ਨੌਜਵਾਨ ਬੈਠਾ ਹੈ। ਨੌਜਵਾਨ ਬੜਾ ਸੋਹਣਾ ਸੁਨੱਖਾ ਹੈ, ਉਹਦਾ ਬੜਾ ਚਿਹਰਾ ਜਗਦਾ ਹੈ, ਮੱਥਾ ਢਲਕਦਾ, ਧਗਦਾ ਕਰਦਾ। ਇਸ ਨੇ ਪਹਿਲੋਂ ਇੱਕ ਰੋਬ ਪਾਇਆ ਵੀ ਥੋੜਾ ਜਿਹਾ ਚੰਗੀ ਤਰ੍ਹਾਂ ਵੇਖ ਲਿਆ ਜਾਵੇ ਵੀ ਜਿਹੜਾ ਉਹ ਨੌਜਵਾਨ ਬੈਠਾ ਹੈ ਉਹਦੇ ਕੋਲ ਕਿਸੇ ਕਿਸਮ ਦਾ ਹਥਿਆਰ ਤਾਂ ਕੋਈ ਨਹੀਂ। ਪਹਿਲੋਂ ਪਠਾਨ ਨੇ ਇਹ ਤਸੱਲੀ ਕੀਤੀ। ਫਿਰ ਜਦੋਂ ਤਸੱਲੀ ਹੋ ਗਈ ਨਾ ਕਿ ਜਿਹੜਾ ਬੈਠਾ ਇਹਦੇ ਕੋਲ ਹਥਿਆਰ ਕੋਈ ਨਹੀਂ, ਰੋਬ ਨਾਲ ਆਖਿਆ, ਕੌਣ ਹੈ ਤੂੰ, ਕਿੱਥੋਂ ਆਇਆ ਹੈ? ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ, ਬੜੀ ਹਲੀਮੀ ਦੇ ਨਾਲ ਸਤਿਗੁਰਾਂ ਨੇ ਆਖਿਆ, ਮੇਰਾ ਨਾਮ ਨਾਨਕ ਹੈ। ਕਿੱਥੋਂ ਆਇਆ? ਮਦਰ ਦੇਸ਼ ਚੋਂ ਆਇਆ, 5 ਦਰਿਆਵਾਂ ਦੇ ਦੇਸ਼ ਚੋਂ ਆਇਆ, ਪੰਜਾਬ ਦੇਸ਼ ਵਿੱਚੋਂ ਆਇਆ। ਇੱਥੇ ਕਿਉਂ ਆਇਆ? ਤਕਦੀਰ ਲੈ ਆਈਏ, ਰੱਬ ਦਾ ਹੁਕਮ ਹੋਇਆ ਹੈ, ਮੰਨਦਾ ਹੋਇਆ ਇੱਧਰ ਤੁਰ ਆਇਆ। ਕੀ ਕਰਦਾ ਹੁੰਨਾ ਹੈ? ਗੁਰੂ ਨਾਨਕ ਜੀ ਨੇ ਜਵਾਬ ਦਿੱਤਾ, ਮੈਂ ਸਾਹਿਬ ਦੀ ਚਾਕਰੀ ਕਰਦਾ ਹਾਂ। ਉਸ ਰਹਿਲੇ ਪਠਾਨ ਨੇ ਆਖਿਆ, ਚਾਕਰੀ ਹੁਣ ਤੈਨੂੰ ਸਾਡੀ ਕਰਨੀ ਪਵੇਗੀ, ਹੁਣ ਤੂੰ ਸਾਡਾ ਗੁਲਾਮ ਹੈ, ਭੱਜ ਕੇ ਕਿਧਰੇ ਨਹੀਂ ਜਾ ਸਕਦਾ, ਭੱਜਣ ਦਾ ਯਤਨ ਨਾ ਕਰੀ। ਘੋੜ ਸਵਾਰ ਪਠਾਨ ਨੇ ਤਸੱਲੀ ਕਰ ਲਈ, ਇਹਦੇ ਕੋਲ ਹਥਿਆਰ ਕੋਈ ਨਹੀਂ। ਤਸੱਲੀ ਹੋ ਗਈ, ਇਹ ਚਾਕਰ ਹੈ, ਨੌਕਰ ਹੈ, ਚਾਕਰੀ ਕਰਦਾ ਹੈ, ਇਹ ਹੁਣ ਸਾਡੀ ਚਾਕਰੀ ਕਰੇਗਾ। ਇਹੋ ਹੀ ਇਹਨਾਂ ਦਾ ਨਿਤ ਪ੍ਰਤੀ ਕੰਮ ਹੈ। ਪਠਾਣਾ ਦਾ ਕਿਸੇ ਹੋਰ ਇਲਾਕੇ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਇਨਸਾਨਾਂ ਨੂੰ ਗੁਲਾਮ ਬਣਾ ਕੇ ਫੜ ਕੇ ਲੈ ਆਉਣਾ ਤੇ ਉਸ ਮੰਡੀ ਦੇ ਵਿੱਚ ਵੇਚ ਦੇਣਾ ਤੇ ਆਪਦੇ ਘਰ ਦਾ ਸਰਕਲ ਚਲਾਉਣਾ। ਕਈਆਂ ਦਾ ਕਾਰੋਬਾਰ ਸੀ। ਉਸ ਇਲਾਕੇ ਵਿੱਚ ਇਹ ਕਾਰੋਬਾਰ ਬੜਾ ਸਿਖਰਾਂ ਤੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਪਠਾਨ ਨੇ ਆਖਿਆ, ਤੂੰ ਸਾਡਾ ਗੁਲਾਮ ਹੈ, ਅੱਜ ਤੋਂ ਸਾਡਾ ਚਾਕਰ ਹੋਇਆ ਹੈ, ਤੂੰ ਸਾਡੀ ਚਾਕਰੀ ਕਰੇਗਾ। ਗੁਰੂ ਨਾਨਕ ਨੇ ਆਖਿਆ, ਮੈਂ ਸਾਹਿਬ ਦੀ ਚਾਕਰੀ ਕਰਦਾ ਹਾਂ, ਜੋ ਸਾਹਿਬ ਦਾ ਹੁਕਮ ਹੋਇਆ ਹੈ ਚਾਕਰੀ ਕਰਨ ਵਾਸਤੇ ਸੀ ਉਹ ਚਾਕਰੀ ਜ਼ਰੂਰ ਕਰਾਂਗੇ। ਤੇਰਾ ਹੁਕਮ ਕੀ ਹੈ? ਕਹਿੰਦਾ, ਉੱਠ ਤੁਰ ਪਾ ਮੇਰੇ ਨਾਲ। ਹੁਣ ਪਠਾਨ ਨਹੀਂ ਜਾਣਦਾ ਜਿਸ ਨੂੰ ਅੱਜ ਉਹ ਲੈ ਕੇ ਚੱਲਿਆ ਹੈ ਉਹ ਕੌਣ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਵਾਲ ਜਵਾਬ ਕਰਦਾ ਹੋਇਆ
ਉਹ ਪਠਾਨ ਬਾਹੋਂ ਫੜ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਤਾਂ ਤੁਰ ਪਿਆ, ਪਰ ਜਾਣਦਾ ਨਹੀਂ ਕਿਸ ਨੂੰ ਲੈ ਕੇ ਚੱਲਿਆ। ਆਓ ਤੱਕੀਏ, ਗੁਰੂ ਨਾਨਕ ਅੱਜ ਰੋਹੇਲੇ ਪਠਾਨ ਦੇ ਹੱਥ ਵਿੱਚ ਗ੍ਰਿਫਤਾਰ ਹੋਏ ਤੁਰੇ ਆਇਓ ਜਾਂਦੇ ਨੇ ਜੀ। ਬਾਹੋਂ ਪਕੜ ਮਹਾਰਾਜ ਨੂੰ ਲੈ ਤੁਰਿਆ, ਬਾਹੋਂ ਪਕੜ ਮਹਾਰਾਜ ਨੂੰ ਲੈ ਤੁਰਿਆ, ਬਾਹੋਂ ਪਕੜ ਮਹਾਰਾਜ ਨੂੰ ਲੈ ਤੁਰਿਆ, ਬਾਹੋਂ ਪਕੜ ਮਹਾਰਾਜ ਨੂੰ ਲੈ ਤੁਰਿਆ। ਜਾਤਾ ਨਹੀਂ ਏ, ਜਾਤਾ ਨਹੀਂ ਏ ਰੂਪ ਕਰਤਾਰ ਦਾ ਏ। ਜ਼ਾਲਮ ਉਸ ਤਾਈ ਬੰਦੀ ਪਾਉਣ ਚੱਲਿਆ, ਜ਼ਾਲਮ ਉਸ ਤਾਈ ਬੰਦੀ ਪਾਉਣ ਚੱਲਿਆ, ਜ਼ਾਲਮ ਉਸ ਤਾਈ ਬੰਦੀ ਪਾਉਣ ਚੱਲਿਆ, ਜ਼ਾਲਮ ਉਸ ਤਾਈ, ਜ਼ਾਲਮ ਉਸ ਤਾਈ ਬੰਦੀ ਪਾਉਣ ਚੱਲਿਆ। ਤੇਰਾ ਜਮਾ ਦੇ, ਤੇਰਾ ਜਮਾ ਦੇ ਬੰਧਨ ਉਤਾਰਦਾ ਏ। ਹੋ ਵੇਖੋ ਆਸ ਨਾਲ ਦੁਸ਼ਮਣੀ ਪਾਉਣ ਲੱਗਾ, ਜਿਹੜਾ ਦੁਸ਼ਮਣਾਂ ਦੇ ਬੇੜੇ ਤਾਰਦਾ ਏ। ਵੇਖੋ ਉਸ ਨਾਲ, ਵੇਖੋ ਉਸ ਨਾਲ ਦੁਸ਼ਮਣੀ ਕਰਨ ਲੱਗਾ, ਵੇਖੋ ਉਸ ਨਾਲ ਦੁਸ਼ਮਣੀ ਕਰਨ ਲੱਗਾ, ਜਿਹੜਾ ਦੁਸ਼ਮਣਾ, ਜਿਹੜਾ ਦੁਸ਼ਮਣਾਂ ਦੇ ਬੇੜੇ ਤਾਰਦਾ ਏ। ਸੀਤਲ ਨਵਾਹੀ ਕੁੱਲ ਸੰਸਾਰ ਨਾਲੋਂ, ਸੀਤਲ ਨਵਾਹੀ ਕੁੱਲ ਸੰਸਾਰ ਨਾਲੋਂ, ਅਵੇ ਦਾਤੇ ਦਾ, ਤੇਰੇ ਦਾਤੇ ਦਾ ਢੰਗ ਪ੍ਰਚਾਰਦਾ ਏ। ਮੇਰੇ ਦਾਤੇ ਦਾ ਢੰਗ ਪ੍ਰਚਾਰਦਾ ਏ। ਮੇਰੇ ਦਾਤੇ ਦਾ ਢੰਗ ਪ੍ਰਚਾਰਦਾ ਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗ੍ਰਿਫਤਾਰ ਹੋਏ ਨੇ, ਆਪ ਉਹਦੇ ਕਾਬੂ ਆਏ ਨੇ। ਰੋਹਿਲਾ ਪਠਾਨ ਇਹ ਸਮਝਦਾ ਕਿ ਮੇਰੇ ਹੱਥ ਬੰਦਾ ਆ ਗਿਆ ਹੈ, ਇਹਦਾ ਮੁੱਲ ਵਧੀਆ ਵਟਿਆ ਜਾਏਗਾ, 4 ਪੈਸੇ ਵੱਧ ਵਟੇ ਜਾਣਗੇ। ਕਿਸੇ ਵੇਲੇ ਡਾਕੂ ਧਾੜਵੀ ਲੁਟੇਰੇ ਡਾਕਾ ਮਾਰਨ ਜਾਂਦੇ ਨੇ ਕਿ ਅਸੀਂ ਸਾਡੀ ਪ੍ਰਾਪਤੀ ਹੈ, ਪਰ ਨਹੀਂ, ਕਿਸੇ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਆਪ ਚੱਲ ਕੇ ਗਏ ਨੇ।
ਆਪ ਬੈਠੇ ਹੋ ਜਗ੍ਹਾ ਤੇ ਜਾ ਕੇ ਜਿਸ ਤੋਂ ਉਹਨ ਪਠਾਨ ਨੂੰ ਸੌਖਿਆ ਹੋ ਜਾਏ ਕਿ ਗੁਰੂ ਨਾਨਕ ਨੂੰ ਕਿੱਥੋਂ ਫੜਿਆ ਜਾ ਸਕਦਾ ਹੈ। ਜਿਸ ਨੂੰ ਫੜ ਕੇ ਲੈ ਚੱਲਿਆ ਹੈ ਨਹੀਂ ਜਾਣਦਾ ਵੀ ਜਿਸ ਨੂੰ ਮੈਂ ਲੈ ਕੇ ਚੱਲਿਆ ਕੌਣ ਹੈ, ਜਿਹਦੇ ਨਾਲ ਦੁਸ਼ਮਣੀ ਕਰ ਲੱਗਾ ਹੈ, ਜਿਸ ਦੇ ਨਾਲ ਇਹ ਪਾਪ ਮਨ ਵਿੱਚ ਸੋਚ ਕੇ ਤੁਰਿਆ ਹੈ, ਉਹ ਤੇ ਪਾਪੀਆਂ ਦੇ ਬੰਧਨ ਨਿਵਾਰਦਾ ਹੈ, ਉਹ ਤੇ ਤਪਦੇ ਹਿਰਦਿਆਂ ਨੂੰ ਠਾਰਦਾ, ਉਹ ਤੇ ਦੁਸ਼ਮਣਾਂ ਦੇ ਬੇੜੇ ਵੀ ਪਾਰ ਲਾਉਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਿਨਾਂ ਉਜ਼ਰ ਕੀਤਿਆਂ ਉਸ ਪਠਾਨ ਦੇ ਨਾਲ ਉਹਦੇ ਘਰ ਚਲੇ ਗਏ। ਜਦੋਂ ਗੁਰੂ ਨਾਨਕ ਦੇ ਦਰਸ਼ਨ ਉਸ ਪਠਾਨ ਦੀ ਪਠਾਣੀ ਘਰ ਵਾਲੀ ਨੇ, ਉਹਦੀ ਬੇਗਮ ਨੇ ਦਰਸ਼ਨ ਕੀਤੇ ਤੇ ਗਦਗਦ ਉੱਠੀ ਨਿਹਾਲ ਹੋਈ। ਉਸ ਨੇ ਪਾਣੀ ਦਾ ਗਲਾਸ ਦਿੰਦਿਆਂ ਹੋਇਆਂ ਸਵਾਲ ਕਰ ਦਿੱਤਾ ਆਪਣੇ ਪਠਾਨ ਸਿਰ ਦੇ ਸਾਈਂ ਨੂੰ, ਸਾਈਆਂ ਕਿਹਦੀ ਮਾਂ ਦੀ ਗੋਦ ਉਜਾੜ ਕੇ ਆ ਗਿਆ, ਕਿਹਦੀ ਭੈਣ ਦੇ ਰੀਝਾਂ ਨੂੰ ਮਿੱਟੀ 'ਚ ਮਿਲਾ ਕੇ ਇਹਨੂੰ ਲੈ ਕੇ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਕਰਕੇ ਉਸ ਪਠਾਨ ਦੀ ਪਠਾਣੀ ਨੇ ਇਹ ਦੋ ਬਚਨ ਕਹੇ ਵੀ ਮੈਂ ਤੈਨੂੰ ਸਾਰੀ ਜ਼ਿੰਦਗੀ ਆਪਣੀ ਪਤਨੀ ਹੋਣ ਦਾ ਸੁੱਖ ਦਿੱਤਾ, ਤੇਰੇ ਅੱਗੇ ਕੋਈ ਉਜ਼ਰ ਨਹੀਂ ਕੀਤਾ, ਲੜਾਈ ਝਗੜਾ ਨਹੀਂ ਕੀਤਾ, ਮੈਂ ਤੇਰੀ ਸੇਵਾ ਦੇ ਵਿੱਚੋਂ ਕਦੇ ਕੁਝ ਮੰਗਿਆ ਨਹੀਂ, ਪਰ ਆ ਇੱਕ ਕੰਮ ਮੇਰੇ ਕਹਿਣ ਤੇ ਕਰ ਦੇ। ਅਜੀ ਦੀ ਮਾਂ ਦੀ ਗੋਦ ਉਜਾੜ ਕੇ ਇਹੋ ਜਿਹਾ ਪੁੱਤ ਲੈ ਕੇ ਆਇਆ ਏ, ਵੇ ਇਹਦਾ ਨੂਰ ਵੇਖ, ਇਹੋ ਜਿਹਾ ਪੁੱਤ ਜਿਸ ਮਾਂ ਦੇ ਘਰੋਂ ਗਿਆ ਹੋਵੇਗਾ, ਇਹਦੀ ਮਾਂ ਮਰ ਨਾ ਗਈ ਹੋਵੇਗੀ, ਜਿਹਦੀ ਜਾਨ ਕੱਢ ਕੇ ਮੇਰੇ ਤੱਕ ਲੈ ਆਇਆ ਏ, ਜਾਂ ਉਸ ਮਾਂ ਦੀਆਂ ਦੁਆਵਾਂ ਲੈ ਇਸ ਨੂੰ ਇਹਦੇ ਘਰ ਛੱਡਿਆ। ਪਠਾਨ ਪਹਿਲੋਂ ਦੱਸਦਾ ਹੈ ਕਿ ਇੱਕ ਗੱਲ ਹੈ, ਮੈਂ ਨਹੀਂ ਜਾਣਦਾ ਕਿਹੜੇ ਪਿੰਡ ਦਾ ਹੈ, ਕਿੱਥੋਂ ਆਇਆ ਏ, ਮੈਂ ਕਿਸੇ ਦੇ ਘਰੋਂ ਇਹਨੂੰ ਖੋ ਕੇ ਨਹੀਂ ਲਿਆਇਆ, ਇਹ ਮੈਨੂੰ ਬਾਹਰ ਜੰਗਲ 'ਚ ਬੈਠਾ ਮਿਲ ਗਿਆ ਤੇ ਮੈਂ ਲੈ ਕੇ ਆਇਆ। ਰਹੀ ਗੱਲ ਇਸ ਨੂੰ ਵਾਪਸ ਮੋੜਨ ਦੀ, ਤੇ ਭੁੱਲ ਜਾ, ਇਹਨੂੰ ਮੈਂ ਵਾਪਸ ਨਹੀਂ ਕਰਨਾ। ਬੜਿਆਂ ਚਿਰਾਂ ਬਾਅਦ ਇੱਕ ਵਧੀਆ ਸ਼ਿਕਾਰ ਹੱਥ ਲੱਗਾ, ਕਿਵੇਂ ਛੱਡਦਿਆਂ ਵੱਡਿਆਂ ਦੀ ਕਾਰ। ਸਾਡਾ ਕੰਮ ਹੈ ਇਸ ਤਰ੍ਹਾਂ ਗੁਲਾਮਾਂ ਨੂੰ ਚੁੱਕਣਾ, ਤੇ ਮੰਡੀ ਦੇ ਵਿੱਚ ਨਾ ਮੈਂ ਆਪਣਾ ਕੰਮ ਕਰ ਰਿਹਾ। ਉਸ ਦੀ ਪਠਾਣੀ ਬੇਗਮ ਨੇ ਬਹੁਤ ਜ਼ੋਰ ਲਾਇਆ ਵੀ ਇਹਨੂੰ ਛੱਡ ਦੇ। ਪਠਾਨ ਕਹਿੰਦਾ ਮੈਂ ਛੱਡਣ ਵਾਲਾ ਨਹੀਂ। ਸਾਰਾ ਦਿਨ ਬੀਤ ਗਿਆ, ਉਹ ਜੋ ਪ੍ਰਸ਼ਾਦਾ ਪਾਣੀ ਦੇ ਸਕਦੀ ਸੀ ਉਸਨੇ ਦੇ ਕੇ ਅੱਖਾਂ ਵਿੱਚ ਹੰਝੂ ਲੈ ਕੇ ਪਠਾਨ ਦੇ ਕੋਲ ਫੇਰ ਆਈ ਹੈ। ਉਹਨੇ ਹੱਥ ਜੋੜ ਕੇ ਆਖੇ, ਵੇ ਅੱਲਾ ਨੂੰ ਮੰਨਣ ਵਾਲਿਆ, ਤੇਰਾ ਅੱਲਾ ਭਲਾ ਕਰੇ, ਮੇਰੀ ਇੱਕ ਬੇਨਤੀ ਮੰਨ ਲਾ। ਹੋ ਸਕਦਾ ਤੇ ਤੇਰੇ ਪਾਪਾਂ ਦਾ ਕਰਕੇ, ਤੇਰੇ ਗੁਨਾਹਾਂ ਦਾ ਕਰਕੇ ਇਹਨਾਂ ਬੇੜਾ ਭਰ ਗਿਆ ਹੋਵੇ, ਇਹਨਾਂ ਭਾਰ ਪੈ ਗਿਆ ਹੋਵੇ, ਜਿਹਦਾ ਕਾਰਨ ਕਰਕੇ ਮੈਂ ਸਾਰੀ ਉਮਰ ਤੇਥੋਂ ਔਲਾਦ ਦਾ ਸੁੱਖ ਨਹੀਂ ਪ੍ਰਾਪਤ ਕਰ ਸਕੀ। ਮੈਂ ਬੇਔਲਾਦ ਹਾਂ, ਤੈਨੂੰ ਅੱਬਾ ਕਹਿਣ ਵਾਲਾ ਕੋਈ ਨਹੀਂ, ਮੈਨੂੰ ਅੰਮੀ ਜਾਨ ਕਹਿਣ ਵਾਲਾ ਕੋਈ ਨਹੀਂ। ਜੇ ਤੂੰ ਇਸ ਨੂੰ ਕਿਤੇ ਵਾਪਸ ਨਹੀਂ ਛੱਡ ਕੇ ਆਉਣਾ ਤੇ ਚੱਲ ਮੇਰੀ ਇੰਨੀ ਕੋ ਮੰਨ ਲਾ, ਇਹਨੂੰ ਆਪਾਂ ਆਪਣਾ ਪੋਤੀ ਬਣਾ ਲਈਏ, ਇਹਨੂੰ ਔਲਾਦ ਵਾਂਗੂ ਪਾਲਾਂਗੇ, ਇਹਦੀ ਔਲਾਦ ਵਾਂਗ ਸੇਵਾ ਕਰਾਂਗੇ, ਇਹ ਵੀ ਸਾਡੇ ਬੁਢੇਪੇ ਦੀ ਲਾਠੀ ਬਣ ਜਾਏਗਾ, ਤੂੰ ਇਹਨੂੰ ਮੰਡੀ ਵਿੱਚ ਵੇਚਣ ਦੀ ਜਿੱਦ ਛੱਡ ਦੇ। ਮੈਂ ਤੇਰੇ ਤੋਂ ਹੋਰ ਕੁਝ ਨਹੀਂ ਮੰਗਦੀ। ਪਹਿਲੀ ਮੰਗ ਮੰਗੀ ਇਸ ਨੂੰ ਉਸ ਮਾਂ ਨੂੰ ਦਿਆ ਜਿਸ ਮਾਂ ਦਾ ਘਰ ਉਜਾੜ ਕੇ ਇਹਨੂੰ ਲੈ ਕੇ ਆਇਆ। ਜੋ ਨਹੀਂ ਮੰਨਦਾ ਤੇ ਫਿਰ ਦੂਸਰੀ ਮੇਰੀ ਬੇਨਤੀ ਮੰਨ ਲੈ, ਇਹਨੂੰ ਆਪਾਂ ਆਪਣਾ ਪੁੱਤ ਬਣਾ ਲਈਏ। ਪਠਾਨ ਕਿਸੇ ਵੀ ਪ੍ਰਕਾਰ ਮੰਨਿਆ ਨਾ, ਝਿੜਕ ਝੰਬ ਕਰਕੇ ਉਸਨੇ ਆਪਣੀ ਪਠਾਣੀ ਨੂੰ ਪਾਸੇ ਕਰ ਦਿੱਤਾ। ਹੌਕੇ ਲੈਂਦੀ ਪਠਾਣੀ ਨੇ ਰਾਤ ਕੱਢੀ, ਸਵੇਰ ਹੋਈ। ਹੁਣ 4 ਚਫੇਰੇ ਉਦੋਂ ਅਨਾਉਂਸਮੈਂਟ ਕੀਤੀ ਜਾਂਦੀ ਸੀ, ਤਰੀਕਾ ਸੀ ਡੰਡੀ ਪਟਵਾਉਣ ਦਾ, ਤਰੀਕਾ ਸੀ ਚੌਂਕੀਦਾਰ ਦੇ ਹੱਥੋਂ ਪੀਪਾ ਕਟਾਉਣ ਦਾ। ਪੀਪਾ ਕੁੱਟਦਾ ਤੇ ਅਸੀਂ ਵੀ ਆਪਣੇ ਪਿੰਡ ਚੌਂਕੀਦਾਰ ਨੂੰ ਵੇਖਿਆ, ਉਹ ਪੀਪਾ ਖੜਕਾਉਂਦਾ, ਲੋਕ ਧਿਆਨ ਦਿੰਦੇ ਵੀ ਇਹ ਪੀਪਾ ਖੜਕ ਰਿਹਾ ਹੈ, ਨਗਾਰਾ ਵੱਜ ਰਿਹਾ, ਢੋਲ ਵੱਜ ਰਿਹਾ ਹੈ, ਉਹਨਾਂ ਨੇ ਵਜਾਉਣਾ, ਲੋਕਾਂ ਨੂੰ ਸੁਚੇਤ ਕਰਨਾ, ਫਿਰ ਉਹਨਾਂ ਨੇ ਆਪਣੀ ਅਨਾਉਂਸਮੈਂਟ ਕਰ ਦੇਣੀ। ਹੋਇਆ ਕਰਦੀ ਅਨਾਉਂਸਮੈਂਟ ਹੋ ਗਈ, ਇਲਾਕੇ ਦੇ ਵਿੱਚ ਪਤਾ ਲੱਗ ਗਿਆ, ਡੌਂਡੀ ਪਟਵਾ ਦਿੱਤੀ। ਜਿਹੜੇ ਉਸ ਵਕਤ ਸਾਧਨ ਸਨ ਉਹਨਾਂ ਨੂੰ ਵਰਤ ਕੇ ਵੀ ਹੁਣ ਮੰਡੀ ਬਰਦਾ ਫਰੋਸ਼ੀ ਦੀ, ਰੁਹੇਲ ਖੰਡ ਦੀ ਇੰਨੇ ਦਿਨਾਂ ਤੋਂ ਇੰਨੇ ਦਿਨਾਂ ਤੱਕ ਲੱਗੇਗੀ। ਵੇਚਣ ਵਾਲੇ ਵੇਚਣ ਵਾਸਤੇ ਆਪਣੀਆਂ ਸੁਗਾਤਾਂ ਚੀਜ਼ਾਂ ਲੈ ਕੇ ਪਹੁੰਚਣ, ਖਰੀਦਣ ਵਾਲੇ ਆਪਣੇ ਜੇਬ ਦੇ ਵਿੱਚ ਦਰਾਮ ਪਾ ਕੇ, ਜੇਬਾਂ ਭਰ ਕੇ ਪੈਸੇ ਲੈ ਕੇ ਖਰੀਦੋ ਫਰਸਤ ਕਰਨ ਵਾਸਤੇ ਪਹੁੰਚਣ। ਮੰਡੀ ਦਾ ਐਲਾਨ ਹੋ ਗਿਆ, ਹੁਣ ਮੰਡੀ ਲੈ ਕੇ ਜਾਣਾ ਹੈ। ਆਓ ਤੱਕੀਏ ਉਸ ਮੰਡੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੋਲੀ ਹੋਣ ਲੱਗੀ ਹੈ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਿਖਾਉਂਦੇ ਨੇ। ਹੁਣ ਧਿਆਨ ਦਿਓ ਜੇ, ਸੀਤਲ ਜੀ ਲਿਖਦੇ ਨੇ, ਤਾਜ ਤੇਗਾਂ ਦੀਆਂ ਧਾਰਾਂ ਉੱਤੇ 100-100 ਵਾਰੀ ਵਿਕਿਆ, ਵਿਕਿਆ ਮਿਸਰ ਬਾਜ਼ਾਰਾਂ ਅੰਦਰ ਹੁਸਨ ਬੋਲ ਨਾ ਸਕਿਆ, ਵਿਕਿਆ ਕੱਚਿਆਂ ਘੜਿਆਂ ਉੱਤੇ ਪ੍ਰੇਮ ਰਤਾ ਨਾ ਝਕਿਆ। ਸੀਤਲ ਜੀ ਅੱਜ ਨਾਲ ਅੱਖਾਂ ਦੇ ਮੈਂ ਰੱਬ ਵਿਕਦਾ ਵੀ ਤੱਕਿਆ। ਅੱਜ ਰੱਬ ਵਿਕਣ ਵਾਸਤੇ ਇੱਕ ਪਾਸੇ ਸਹਿਮੀਆਂ ਜਿੰਦਾ ਖਲੋਤੀਆਂ ਨੇ, ਵੇਖਣ ਵਾਸਤੇ ਆਈ ਹੋਈਆਂ। ਕਿਤੇ ਬੱਚਾ ਵੇਖ ਰਿਹਾ ਹੈ, ਕਿਤੇ ਬੱਚੀ ਵੇਖ ਰਹੀ ਹੈ, ਕਿਤੇ ਨੌਜਵਾਨ ਖੂਬਸੂਰਤੀ ਇਸਤਰੀ ਜਿਸ ਦੇ ਗਾਹਕ ਬੋਲੀ ਵੱਖੋ ਵੱਖਰੀ ਲਗਾ ਰਹੇ ਨੇ, ਕਿਤੇ ਪਸ਼ੂ ਵੇਖ ਰਹੇ ਨੇ, ਕਿਤੇ ਘੋੜੇ ਵਿਕ ਰਹੇ ਨੇ। ਉਹਨਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਉੱਚੀ ਥਾਂ ਤੇ ਖੜੇ ਕਰ ਦਿੱਤੇ ਗਏ ਉਸ ਪਠਾਨ ਵੱਲੋਂ। ਵਿਕਿਆ ਮਿਸਰ ਬਾਜ਼ਾਰਾਂ ਅੰਦਰ ਹੁਸਨ ਬੋਲ ਨਾ ਸਕਿਆ। ਮਿਸਰ ਦਾ ਬਾਜ਼ਾਰ ਹੈ, ਉੱਥੇ ਕਹਿੰਦੇ ਨੇ ਸਭ ਤੋਂ ਸੋਹਣਾ ਯੂਸਫ, ਉਹ ਵਿਕਿਆ। ਉਹਦਾ ਮੁੱਲ ਕਿੰਨਾ ਪਿਆ ਜੀ? ਕੇਵਲ 2 ਅੱਟੀਆਂ। ਅੱਟੀ ਕੀ ਹੁੰਦੀ ਹੈ? ਰੂਹ ਲੈ ਕੇ ਸਵਾਣੀ ਸਿਆਣੀ ਬਜ਼ੁਰਗ ਬੇਬੇ ਮਾਤਾ ਚਰਖਾ ਕੱਤਦੀ ਹੈ। ਇੱਕ ਪਾਸੇ ਉਹਦਾ ਚਰਖੇ ਦਾ ਸੱਜਾ ਹੱਥ ਹੋਇਆ ਕਰਦਾ ਹੈ, ਖੱਬੇ ਹੱਥ ਦੇ ਨਾਲ ਤਕਲੇ ਨੂੰ ਜਿਹੜਾ ਘੁੰਮ ਰਿਹਾ ਹੈ ਉਸ ਨੂੰ ਰੂਹ ਛੁਆ ਦਿੰਦੀ ਹੈ ਤੇ ਪਿਛਾਂ ਲੈ ਜਾਂਦੀ ਹੈ। ਉਸ ਨੂੰ ਵਲ ਬਣ ਕੇ ਕੱਚਾ ਧਾਗਾ ਬਣਨਾ ਤਿਆਰ ਹੋ ਜਾਂਦਾ। ਉਸ ਕੱਚੇ ਧਾਗੇ ਦੀ ਇੱਕ ਪੂਣੀ ਬਣ ਜਾਂਦੀ ਹੈ, ਇੱਕ ਗਿੱਠ ਬਣ ਜਾਂਦੀ ਹੈ, ਇੱਕ ਗਿਸ਼ ਬਣ ਜਾਂਦੀ ਹੈ, ਇੱਕ ਅੱਟੀ ਬਣ ਜਾਂਦੀ ਹੈ। ਉਸ ਨੂੰ ਜਿਹੜੇ ਉਹਦਾ ਵਲੇਟੇ ਨੂੰ ਕੁਝ 5-7 ਮੀਟਰ ਉਹਦੇ ਉੱਤੇ ਚੜ ਜਾਏ ਧਾਗਾ, ਉਸ ਨੂੰ ਆਮ ਕਰਕੇ ਅੱਟੀ ਆਖਿਆ ਜਾਂਦਾ ਸੀ। ਹੁਣ ਉਹਨਾਂ ਵੇਲਿਆਂ 'ਚ ਬਹੁਤ ਸਸਤੀ ਚੀਜ਼ ਹੈ। ਜਿਹੜਾ ਦੁਨੀਆ ਦਾ ਸਭ ਤੋਂ ਸੋਹਣਾ ਮੰਨਿਆ ਗਿਆ ਯੂਸਫ, ਉਸ ਨੂੰ ਵੇਚਣ ਗਏ ਨੇ ਮਿਸਰ ਦੇ ਬਾਜ਼ਾਰਾਂ ਅੰਦਰ। ਮੁੱਲ ਪਿਆ ਕੇਵਲ 2 ਅੱਟੀਆਂ। ਬੜਾ ਕੁਝ ਵਿਕਿਆ ਹੈ। ਸੀਤਲ ਜੀ ਨੇ ਪ੍ਰਮਾਣ ਦਿੱਤਾ। ਉਹ ਕਹਿੰਦੇ ਅਸੀਂ ਪ੍ਰੇਮ ਵੀ ਵਿਕਦਾ ਵੇਖਿਆ ਹੈ। ਕੱਚੇ ਘੜੇ ਤੇ ਪ੍ਰੇਮ ਕਹਾਣੀ ਆਪ ਜਾਣਦੇ ਹੋ। ਭਾਈ ਗੁਰਦਾਸ ਜੀ ਨੇ ਇਹਨਾਂ ਦੀ ਉਦਾਹਰਨ ਜ਼ਰੂਰ ਦਿੱਤੀ ਆ। ਲੇਲੇ ਮਜਨੂ ਆਸ਼ਕੀ ਚੌਚੱਕੀ ਜਾਤੀ, ਸੋਰਠ ਬੀਜਾ ਗਾਵੀਏ ਜਦ ਸੁਗੜਾ ਵਾਤੀ, ਮੇਹੀਵਾਲ ਨੂੰ ਸੋਹਣੀ ਨੇ ਤਰਦੀ ਰਾਤੀ। ਸੋਰਠ ਬੀਜਾ ਗਾਵੀਏ ਜਦ ਸੁਗੜਾ ਵਾਤੀ, ਮੇਹੀਵਾਲ ਨੂੰ ਸੋਹਣੀ ਨੇ ਤਰਦੀ ਰਾਤੀ। ਰਾਂਝਾ ਹੀਰ ਵਖਾਣੀਏ ਉਹ ਪਿਰਮ ਪਿਰਾਤੀ, ਪੀਰ ਮੁਰੀਦਾਂ ਪਿਰਹੜੀ ਗਾਵਣ ਪ੍ਰਭਾਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਮਨੁੱਖਤਾ ਦਾ ਭਲਾ ਕਰਨ ਵਾਸਤੇ ਬਰਦਾ ਫਰੋਸ਼ੀ ਦੀ ਮੰਡੀ ਵਿੱਚ ਵਿਕਣ ਵਾਸਤੇ ਖੜੇ ਨੇ। ਆਓ ਤੱਕੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨੂੰ ਕਬੀਤ ਆਖਿਆ ਜਾਂਦਾ ਹੈ। ਸੁਣੀਏ ਤੇ ਵੇਖੀਏ ਕੀ ਮੁੱਲ ਪੈਂਦਾ ਗੁਰੂ ਨਾਨਕ ਦਾ। ਇਉਂ ਬੇਨਤੀ ਹੈ।
ਪਾਸੇ ਮੰਡੀ ਵਿੱਚ ਰੌਲਾ ਖਰੀਦਦਾਰਾਂ ਦਾ, ਇੱਕ ਪਾਸੇ ਮੰਡੀ ਵਿੱਚ ਰੌਲਾ ਖਰੀਦਦਾਰਾਂ ਦਾ। ਹੋ ਜਿੱਥੇ ਲਾਲ ਮਾਵਾਂ ਦੇ ਸੀ ਗੈਰਾਂ ਨੇ ਗੁਲਾਮ ਹੁੰਦੇ, ਉੱਥੇ ਆਣ ਖੜਾ ਕੀਤਾ ਪੁੰਜ ਉਪਕਾਰਾਂ ਦਾ। ਹਾਂ ਜਿੱਥੇ ਲਾਲ ਮਾਵਾਂ ਦੇ ਸੀ, ਜਿੱਥੇ ਲਾਲ ਮਾਵਾਂ ਦੇ ਸੀ ਗੈਰਾਂ ਦੇ ਗੁਲਾਮ ਹੁੰਦੇ, ਉੱਥੇ ਆਣ ਖੜਾ ਕੀਤਾ, ਉੱਥੇ ਆਣ ਖੜਾ ਕੀਤਾ ਪੁੰਜ ਉਪਕਾਰ ਦਾ, ਉੱਥੇ ਆਣ ਖੜਾ ਕੀਤਾ ਪੁੰਜ ਉਪਕਾਰ ਦਾ। ਵਾਰੋ ਵਾਰੀ ਗਾਹਕ ਸਾਰੇ, ਵਾਰੋ ਵਾਰੀ ਗਾਹਕ ਸਾਰੇ ਬੋਲੀਆਂ ਨੇ ਦੇਣ ਲੱਗੇ, ਪੈਸਿਆਂ ਤੋਂ ਵਿਕਣ ਲੱਗਾ, ਪੈਸਿਆਂ ਤੋਂ ਵਿਕਣ ਲੱਗਾ ਦੇਵਤਾ ਪਿਆਰਾਂ ਦਾ, ਪੈਸਿਆਂ ਤੋਂ ਵਿਕਣ ਲੱਗਾ ਦੇਵਤਾ ਪਿਆਰਾਂ ਦਾ। ਸੀਤਲ ਜੀ ਲੱਗਾ ਜੇ ਉਤਾਰ ਹੋਣਾ, ਲੱਗਾ ਜੇ ਉਤਾਰ ਹੋਣਾ ਕਈਆਂ ਗੁਨਾਹਗਾਰਾਂ ਦਾ, ਲੱਗਾ ਜੇ ਉਤਾਰ ਹੋਣਾ ਕਈਆਂ ਗੁਨਾਹਗਾਰਾਂ ਦਾ, ਲੱਗਾ ਜੇ ਉਤਾਰ ਹੋਣਾ ਕਈਆਂ ਗੁਨਾਹਗਾਰਾਂ ਦਾ। ਅੱਜ ਉਸ ਬਰਦਾ ਫਰੋਸ਼ੀ ਦੀ ਮੰਡੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੋਲੀ ਲੱਗ ਗਈ। ਮਿਸ਼ਰ ਦੇ ਬਾਜ਼ਾਰਾਂ ਅੰਦਰ ਹੁਸਨ ਵਿਕਿਆ, 2 ਅਟੀਆਂ ਮੁੱਲ ਪਿਆਏ। ਆਪਣੇ ਤੇ ਪਰਾਏ ਦੀ ਬਾਤ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੌਦਾ ਹੋਣ ਲੱਗਾ ਹੈ। ਗੁਲਾਮ ਬਣਾ ਕੇ ਵੇਚੇ ਜਾਂਦੇ ਨੇ। ਧੰਨ ਹੈ ਗੁਰੂ ਨਾਨਕ ਆਪਣੀ ਉਮਤ ਵਾਸਤੇ, ਮਨੁੱਖਤਾ ਦੇ ਵਾਸਤੇ ਬਾਬਰ ਦੀ ਜੇਲ੍ਹ ਖਾਨੇ ਵਿੱਚ ਕੈਦ ਕੱਟਦਾ ਹੈ। ਜਿਵੇਂ ਦੂਜੇ ਕੈਦੀ ਚੱਕੀਆਂ ਪੀਸਦੇ ਨੇ, ਬਾਬਾ ਵੀ ਚੱਕੀ ਪੀਂਦਾ ਨਜ਼ਰ ਆਉਂਦਾ ਹੈ। ਆਪਣੀ ਉਮਤ ਵਾਸਤੇ ਜੇਲ੍ਹਾਂ ਕੱਟਣੀਆਂ, ਚੱਕੀਆਂ ਪੀਣੀਆਂ ਗੁਰੂ ਨਾਨਕ ਦੇ ਹਿੱਸੇ ਹੈ। ਅੱਜ ਬਰਦਾ ਫਰੋਸ਼ੀ ਦੀ ਮੰਡੀ ਦੇ ਵਿੱਚ
ਗੁਰੂ ਨਾਨਕ ਮੰਡੀ ਨੂੰ ਬੰਦ ਕਰਨ ਵਾਸਤੇ ਚੱਲਿਆ ਏ। ਕੋਈ ਵਿਰੋਧ ਨਹੀਂ, ਕੋਈ ਰੋਸ ਮੁਜ਼ਾਹਰਾ ਨਹੀਂ, ਕੋਈ ਭੰਨ ਤੋੜ ਨਹੀਂ, ਕਿਸੇ ਦਾ ਕੋਈ ਨੁਕਸਾਨ ਨਹੀਂ ਕਿ ਇਹ ਮੰਡੀ ਬੰਦ ਕਰ ਦਿਓ ਬਈ ਇਹ ਗਲਤ ਹੈ। ਪਰ ਉਸ ਗਲਤ ਮੰਡੀ ਨੂੰ ਬੰਦ ਕਰਨ ਵਾਸਤੇ ਗੁਰੂ ਨਾਨਕ ਇੱਕ ਵਾਰ ਆਪ ਵਿਕਣ ਵਾਸਤੇ ਖਲੋ ਗਏ। ਪਰ ਉਸ ਵਕਤ ਬੋਲੀ ਦਿੱਤੀ, ਬੋਲੀ ਦੇਣ ਵਾਲਾ ਬਗਾਨਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੋਲੀ ਵਧਾ ਚੜਾ ਕੇ ਲੱਗੀ। ਕਿੰਨੀ ਕੀਮਤ? 2 ਘੋੜੇ। 2 ਘੋੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਬਹੁਤ ਵੱਡੀ ਕੀਮਤ ਮੰਨੀ ਜਾਂਦੀ। ਅੱਜ ਵੀ ਘੋੜਿਆਂ ਦਾ ਮੁੱਲ ਪੜ੍ਹ ਕੇ ਤੇ ਵੇਖੋ ਕਿੰਨੇ ਕਰੋੜਾਂ ਦੇ ਵੀ ਗਿਣਤੀ ਦੇ ਵਿੱਚ ਚਲਾ ਗਿਆ ਘੋੜੇ ਦਾ ਮੁੱਲ। ਉਹਨਾਂ ਵੇਲਿਆਂ 'ਚ ਘੋੜਾ ਹੀ ਸਭ ਤੋਂ ਵੱਡੀ ਮੇਨ ਸੁਗਾਤ ਹੋਇਆ ਕਰਦੀ, ਔਰ ਚੰਗੇ ਘਰਾਂ 'ਚ ਘੋੜੇ ਹੋਇਆ ਕਰਦੇ। ਸਵਾਰੀ ਜੋ ਨਹੀਂ ਸੀ ਨਾ ਘੋੜੇ ਤੋਂ ਬਿਨਾਂ, ਹਾਥੀ ਤੇ ਘੋੜੇ, ਊਠ ਸਾਰਿਆਂ ਘਰਾਂ ਦੇ ਵਿੱਚ ਨਹੀਂ ਸੀ ਮਿਲਦੇ। ਉਸ ਇਲਾਕੇ ਦਾ ਕੋਈ ਇੱਕ ਮੀਰ ਹੈ, ਸਾਰਿਆਂ ਦਾ ਦਬਦਬਾ ਉਸੇ ਦਾ ਸੀ, ਬਹੁਤ ਵੱਡਾ ਅਮੀਰ। ਉਹਦੇ ਘੋੜਿਆਂ ਤੋਂ ਹੀ ਪਤਾ ਲੱਗਦਾ ਵੀ ਜਿਹੜਾ ਇੰਨਾ ਅਮੀਰ ਹੋਵੇਗਾ, ਜਿਹੜਾ 2 ਘੋੜੇ ਦੇ ਕੇ ਗੁਰੂ ਨਾਨਕ ਨੂੰ ਖਰੀਦ ਲਿਆ। ਮੁੱਲ ਪੈ ਗਿਆ, ਬਗਾਨੇ ਨੇ ਪਾਇਆ, ਮੰਡੀ ਦੇ ਵਿੱਚ ਮੁੱਲ ਪਿਆ ਹੈ। ਗੁਰੂ ਦਾ ਮੁੱਲ 2 ਘੋੜੇ ਪੈ ਗਿਆ। ਉਸੇ ਹੀ ਗੁਰੂ ਦਾ 10ਵਾਂ ਰੂਪ ਆ ਗਿਆ। ਵੇਖ ਲਈਏ ਗੁਰੂ ਨਾਨਕ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਤੁਲਨਾ ਕਰਕੇ, ਆਪਣੇ ਦਾ ਤੇ ਬਗਾਨੇ ਦਾ ਮੁੱਲ ਪਾਉਣ ਦਾ ਤੁਲਨਾ ਅਧਿਐਨ ਕਰਕੇ ਵੇਖ ਲਈਏ। ਗੁਰੂ ਨਾਨਕ ਬਾਜ਼ਾਰ ਵਿੱਚ ਵਿਕਿਆ, 2 ਘੋੜੇ ਮੁੱਲ ਪਿਆ। ਖਰੀਦਿਆ ਬਗਾਨੇ ਨੇ, ਮੁੱਲ ਪਾਇਆ ਬਗਾਨੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਨੰਨ ਸਿੱਖ ਭਾਈ ਨੰਦ ਲਾਲ ਜੀ, ਵਿਚਾਰਾਂ ਚੱਲ ਰਹੀਆਂ ਨੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਆਏ ਇੱਕ ਬਚਨ, ਇੱਕ ਸੂਹੀ ਰਾਗ ਦੇ ਵਿੱਚ ਬਚਨ ਆਉਂਦਾ ਹੈ। ਇਹਦੀ ਚਰਚਾ ਚੱਲ ਰਹੀ ਹੈ ਸਿੱਖਾਂ ਦੀ, ਬਹੁਤ ਪਿਆਰੀ ਖੂਬਸੂਰਤ ਚਰਚਾ। ਗੁਰਬਾਣੀ ਦੇ ਅੰਦਰ ਜ਼ਿਕਰ ਆਇਆ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਜ਼ਿਕਰ ਆਇਆ, ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ। ਆਪਾਂ ਪੰਜਾਬ ਤੋਂ ਆਏ, ਕੈਨੇਡਾ ਵਿੱਚ ਰਹਿ ਕੇ ਆਪਾਂ ਇਹ ਤਾਂ ਨਹੀਂ ਭੁੱਲ ਗਏ ਕਿ ਬੈ ਕਰਨਾ ਕੀ ਹੁੰਦਾ, ਖਰੀਦਣਾ ਤੇ ਵਿਕਣਾ ਕੀ ਹੁੰਦਾ। ਇਹ ਆਪਾਂ ਨੂੰ ਪਤਾ, ਬੈ ਕਰਨਾ ਕੀ ਹੁੰਦਾ ਹੈ। ਜਿਹੜੀ ਭਾਸ਼ਾ ਇੱਥੇ ਗੁਰਬਾਣੀ ਵਿੱਚ ਦਰਜ ਹੈ, ਬੈ ਖਰੀਦ। ਆਪਾਂ ਜ਼ਮੀਨਾਂ ਬੈ ਲੈਨੇ ਆ, ਬੈ ਕਰ ਦਿੱਤੀ ਫਲਾਣੇ ਨੇ ਵੀ ਜ਼ਮੀਨ। ਬੈ ਦਾ ਅਰਥ ਇੰਨਾ ਕੋਈ ਹੈ ਜਿੰਨਾ ਕੁ ਤੁਸੀਂ ਬੈ ਕਰਨਾ ਸਮਝਦੇ ਹੋ। ਬੰਦੇ ਦਾ ਅਰਥ ਇੱਥੇ ਆ ਗੁਲਾਮ, ਗੋਲਾ। ਸੱਚੇ ਪਾਤਸ਼ਾਹ ਅਸੀਂ ਆਪਣਾ ਆਪ ਵੇਚ ਦੇਨੇ, ਤੂੰ ਖਰੀਦ ਲੈ, ਬੈ ਲੈ ਲੈ। ਜਿਹੜੇ ਬੈ ਕੀਤਾ ਜਾਂਦਾ ਜਾਂ ਬੈ ਲੈ ਲਿਆ ਜਾਂਦਾ, ਉਹਦੇ ਉੱਤੇ ਅਧਿਕਾਰ ਕੋਈ ਨਹੀਂ ਰਹਿੰਦਾ। ਜਿੰਨੇ ਬੈ ਲੈ ਲਿਆ ਅਧਿਕਾਰ ਉਹਦਾ ਹੈ, ਜਿੰਨੇ ਬੈ ਕਰ ਦਿੱਤਾ ਉਹਦਾ ਅਧਿਕਾਰ ਕੋਈ ਨਹੀਂ। ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ। ਜੇ ਕੋਈ ਵਿਕਾਊ ਖਲੋਤਾ ਹੈ ਤੇ ਸੌਦਾ ਕਰ ਦਿਓ। ਹੁਣ ਸੌਦਾ ਇਹ ਚੱਲ ਰਿਹਾ ਹੈ, ਇਹ ਵਿਕਣਾ ਕੀ ਹੁੰਦਾ ਹੈ? ਗੁਰੂ ਨੇ ਆਖਿਆ, ਨਾਥ ਕਛੂ ਨਾ ਜਾਨੋ ਮਨ ਮਾਇਆ ਕਹਿ ਹਾਥ ਬਿਕਾਨੋ। ਹੱਟੀ ਹੱਟੀ ਤੇ ਮਨੁੱਖ ਵਿਕਦਾ ਨਜ਼ਰ ਆਇਆ। ਐਸਾ ਨਾ ਸਮਝ ਲਈਏ ਕਿ ਅਸੀਂ ਬੈਠੇ ਤਾਂ ਅਸੀਂ ਕਦੇ ਵਿਕੇ ਨਹੀਂ। ਮੈਂ ਤੁਹਾਡੀ ਗੱਲ ਨਹੀਂ ਕਰਦਾ, ਤੁਸੀਂ ਗੁਰੂ ਰੂਪ ਗੁਰੂ ਕੀ ਸੰਗਤ ਹੋ, ਪਰ ਫਿਰ ਵੀ ਤੁਹਾਡਾ ਤਾਬਿਆਦਾਰ ਹਾਂ। ਕਈ ਫਰਜ਼ ਨੇ ਜਿਹੜੇ ਮੈਂ ਅਦਾ ਕਰਨੇ ਆ। ਮਨ ਅੰਦਰ ਝਾਤੀ ਮਾਰ ਕੇ ਵੇਖ ਲਓ ਬੰਦਿਆ, ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿੰਨੀ ਵਾਰ ਵਿਕੇ ਆ। ਐਗਜ਼ਾਮਪਲ ਦੇ ਦਿਆਂ ਨਿੱਕੀ ਜੀ, ਮੇਰਾ ਵੀ ਪ੍ਰੈਕਟੀਕਲ ਹੀ ਆ, ਝੂਠ ਕੋਈ ਨਹੀਂ। ਪੰਜਾਬ ਦੇ ਅੰਦਰ ਵਿਚਰਦੇ ਆਂ, ਅਸੀਂ ਮੋਟਰਸਾਈਕਲ ਸਾਡੇ ਹੱਥ ਹੋਵੇ, ਅਸੀਂ 20 ਰੁਪਈਆਂ ਤੇ ਪੁਲਿਸ ਵਾਲਾ ਵਿਕਦਾ ਵੇਖਿਆ। ਸੱਚ ਹੈ ਨਾ? 20 ਰੁਪਈਆਂ ਤੇ ਵੀ ਵਿਕਿਆ, 50-100 ਤੇ ਗਿਣਤੀ ਕੋਈ ਨਹੀਂ, ਪੁਲਿਸ ਵਾਲਾ ਵਿਕਦਾ ਹੈ। ਗੁਰੂ ਨੇ ਆਖਿਆ, ਸਿੱਖਾ ਇਦਾਂ ਗੱਲ ਬਣਦੀ ਨਹੀਂ, ਹੱਟੀ ਹੱਟੀ ਨਹੀਂ ਵਿਕੀਦਾ। ਵਿਕਣਾ ਹੈ ਨਾ ਤੂੰ, ਵੇਖ ਜ਼ਰੂਰ ਵੇਖ। ਵਿਕਣਾ ਸਿਖਾਇਆ। ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ। ਵੇਚ ਦੇ, ਕਿਉਂਕਿ ਵੇਚਿਆ ਬਿਨਾ ਗੱਲ ਬਣਨੀ ਨਹੀਂ, ਤੈਨੂੰ ਵਿਕਣਾ ਪੈਣਾ ਹੈ। ਸਿਰਫ ਪਛਾਣ ਕਿਸ ਥਾਂ ਤੇ ਵਿਕਣਾ ਹੈ ਤੇ ਵੇਚਣਾ ਕੀ ਹੈ, ਮੁੱਲ ਕੀ ਹੋਵੇ ਉਹਦਾ। ਗੁਰੂ ਨੇ ਆਖਿਆ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ।
ਵੇਖ, ਵੇਖਣ ਦੀ ਮਨਾਹੀ ਥੋੜੀ ਹੈ, ਵੇਚ, ਪਰ ਸਾਰਾ ਕੁਝ ਨਾ ਆਪਣਾ ਈਮਾਨ ਨਾ ਵੇਚ। ਈਮਾਨ ਨਹੀਂ ਵੇਚੀਦਾ, ਮਨ ਵੇਚ ਦਈਦਾ ਹੈ। ਮਨ ਖਰੀਦਣ ਵਾਲਾ ਕੌਣ ਹੋਵੇ? ਹਾਂ, ਜੇਕਰ ਗੁਰੂ ਖਰੀਦਦਾ ਹੋਵੇ ਤੇ ਵਿਕ ਜਾਣਾ ਚਾਹੀਦਾ। ਗੁਰੂ ਨਾਨਕ ਵਿਕਿਆ, ਮਨੁੱਖਤਾ ਦੇ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਵਿਕਿਆ। ਭਾਈ ਨੰਦ ਲਾਲ ਨੂੰ ਪੁੱਛਿਆ, ਚੱਲ ਗੁਰੂ ਗੋਬਿੰਦ ਸਿੰਘ ਦਾ ਹੀ ਮੁੱਲ ਪਾ ਕੇ ਵੇਖਦੇ ਆ, ਪਾ ਮੁੱਲ। ਕੀ ਮੁੱਲ ਪਾਉਣਾ ਗੁਰੂ ਗੋਬਿੰਦ ਸਿੰਘ ਦਾ? ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨੂੰ ਖਰੀਦਣਾ ਹੈ, ਖਰੀਦਿਆ ਨਹੀਂ ਜਾ ਸਕਦਾ, ਨਾ ਤੇ ਸੋਨੇ ਦੇ ਨਾਲ ਨਾ ਚਾਂਦੀ ਦੇ ਨਾਲ। ਜੇਕਰ ਇਹ ਚਾਂਦੀ ਸੋਨੇ ਦੇ ਨਾਲ ਖਰੀਦਿਆ ਜਾਂਦਾ, ਫਿਰ ਦੁਨੀਆ ਦੇ ਅਮੀਰ ਲੋਕ ਗੁਰੂ ਨੂੰ ਖਰੀਦ ਕੇ ਲੈ ਜਾਂਦੇ। ਮੇਰੇ ਬਾਬਾ ਜੀ ਨੇ ਬਚਨ ਕਰ ਦਿੱਤਾ, ਕੰਚਨ ਸਿਉ ਪਾਈਏ ਨਹੀਂ ਤੋਲ। ਉਹ ਕੰਚਨ ਸੋਨੇ ਦੇ ਨਾਲ ਤੁਲਦਾ ਹੀ ਨਹੀਂ। ਕਿਵੇਂ? ਮਨ ਦੇ ਰਾਮ ਲਿਆ ਹੈ ਮੋਲ। ਇਹਨੂੰ ਮੁੱਲ ਖਰੀਦ ਲਓ, ਵੇਚ ਜਾਓ, ਖਰੀਦ ਲਓ। ਤੁਸੀਂ ਉਹਨੂੰ ਵੇਚ ਦਿਓ ਆਪਣਾ ਆਪ, ਤੇ ਉਹਨੂੰ ਖਰੀਦ ਲਓ। ਵੇਚਾਂਗੇ ਤੇ ਕੁਝ ਖਰੀਦਾਂਗੇ ਵੀ ਨਾ। ਅਸੀਂ ਕੁਝ ਵੇਚਦੇ ਹਾਂ ਤਾਂ ਉਹਦੇ ਬਦਲੇ ਵੀ ਸਾਨੂੰ ਕੁਝ ਮਿਲਦਾ ਹੈ, ਤਾਂ ਹੀ ਸੌਦਾ ਬਰਾਬਰ ਹੁੰਦਾ ਹੈ। ਪਾ ਗੁਰੂ ਗੋਬਿੰਦ ਸਿੰਘ ਦਾ ਮੁੱਲ ਕੀ ਪਾਉਣਾ ਹੈ। ਹੁਣ ਵੇਖੋ, ਬਗਾਨੇ ਨੇ ਮੁੱਲ ਪਾਇਆ ਤੇ 2 ਘੋੜੇ। ਹੁਣ ਆਪਣਾ ਮੁੱਲ ਪਾਉਣ ਲੱਗਾ ਹੈ, ਹੁਣ ਆਪਣਾ ਦੱਸਣ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕੀਮਤ ਕੀ ਹੈ। ਫਾਰਸੀ ਭਾਸ਼ਾ ਹੈ, ਅਸੀਂ ਅੰਗਰੇਜ਼ੀ ਨੂੰ ਫੜਦੇ ਫੜਦੇ ਪੂਰੀ ਇਹ ਆਈ ਨਹੀਂ, ਪੰਜਾਬੀ ਤੋਂ ਹੱਥ ਧੋ ਬੈਠਣ ਲੱਗੇ ਆ। ਇਹ ਫਾਰਸੀ ਦਾ ਸ਼ਬਦ ਹੈ। ਭਾਈ ਨੰਦ ਲਾਲ ਜੀ ਕਹਿੰਦੇ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰਮਾ, ਹਰ 2 ਆਲਮ ਕੀਮਤੇ ਯਕਤਾਰ ਮੂਏ ਯਾਰਮਾ। ਗਜ਼ਲ ਹੈ, ਮੈਂ ਸੁਣਾ ਦਿਆਂ, ਅਰਥ ਥੋੜੇ ਕਰਾਂਗੇ, ਸਾਡੇ ਵੱਸ ਦੀ ਖੇਡ ਨਹੀਂ ਨਾ ਰਹੀ। मन में अरेम तबे गमज़े में ज्ञान यक निगाहें जाफे जायस बस बवद दरकार मां गाहे सूफी गाहे जाहिद गाए कलंदर में शब्द रंग है मुख्तलिफ दारिद बुते अयार मां कदर लाले ऊ बजुज आशिक नदान देच कस कीमते याकूत दानद चश्म गौहर बारे मां हर नफस गोया बेया दे नरग से मखमूर ऊ बादा है शौक में नौशद दिले हुशियार मां। ਮੈਨੂੰ ਆਨੰਦ ਤਾਂ ਆਉਂਦਾ ਕਿਉਂਕਿ ਮੈਨੂੰ ਇਹਦੀ ਭਾਸ਼ਾ ਆਉਂਦੀ, ਮੈਨੂੰ ਪੜ੍ਹ ਕੇ ਸੁਣ ਕੇ ਯਾਦ ਕਰਕੇ ਤਾਂ ਮਨ ਆਨੰਦਿਤ ਹੁੰਦਾ ਕਿਉਂਕਿ ਮੈਂ ਇਹਦੇ ਅਰਥਾਂ ਤੋਂ ਵਾਕਿਫ ਹਾਂ। ਥੋੜੀ ਜੀ ਗੱਲ ਜਿੱਥੇ ਕਿ ਮੈਂ ਪੁਆਇੰਟ ਤੇ ਰੱਖਣੀ ਉਨੀ ਕੁ ਰੱਖ ਲਵਾਂ। ਭਾਈ ਨੰਦ ਲਾਲ ਜੀ ਨੇ ਆਖਿਆ, ਦੀਨ ਦੁਨੀਆ ਦਰ ਕਮੰਦੇ ਆ ਭਰੀ ਰੁਖੇ ਸਾਰੇ ਮਾਂ ਹਰ 2 ਆਲਮ। 2 ਆਲਮ ਤੇ ਪਕੜ ਵਿੱਚ ਪੈਂਦੇ ਨਾ ਤੁਹਾਨੂੰ, 2 ਆਲਮ 2 ਲੋਕ। ਕੀਮਤ ਰੱਖੀ ਭਾਈ ਨੰਦ ਲਾਲ ਨੇ, 2 ਲੋਕ 2 ਆਲਮ ਰੱਖ ਦਿੱਤੇ ਕੀਮਤ, ਵੀ ਮੈਂ ਗੁਰੂ ਗੋਬਿੰਦ ਸਿੰਘ ਦੀ ਕੀਮਤ ਰੱਖਣ ਲੱਗਾ, ਲੋ 2 ਆਲਮ। ਪਰ ਗੁਰੂ ਸਾਹਿਬ ਦਾ ਪੱਖ ਕੀ ਰੱਖਿਆ? ਉਹਨੇ ਇੰਨਾ ਕੁ ਰੱਖਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰੇ ਮੁਬਾਰਕ ਦਾੜੇ ਦੀ ਇੱਕ ਸੋਹਣੀ ਕੇਸਾਂ ਦੀ ਲਿੱਟ, ਇੱਕ ਵਾਲ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦਾ ਰੱਖ ਦਿਓ ਤੇ ਦੂਜੇ ਬੰਨੇ 2 ਲੋਕ ਰੱਖ ਦਿਓ, ਕੀਮਤ ਪਤਾ ਲੱਗ ਜਾਏਗੀ। ਗੱਜ ਕੇ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਦੀ ਕੀਮਤ ਪਾਉਣ ਲੱਗਾ, ਜਦੋਂ ਆਪਣਾ ਪ੍ਰੇਮ ਵਿੱਚ ਭਿੱਜਾ ਪਾਉਣ ਲੱਗਾ, ਇੱਕ ਵਾਲ ਇੱਕ ਕੇਸ, ਉਹ ਵੀ ਮੁਬਾਰਕ ਦਾੜੇ ਦਾ, ਕਹਿੰਦਾ ਹੈ ਕੋਈ ਲੈ ਕੇ ਆਵੇ 2 ਲੋਕ। ਤੇ ਗੁਰੂ ਗੋਬਿੰਦ ਸਿੰਘ ਦੀ ਕੀਮਤ ਪਾਉਣ ਲੱਗੇ ਤੇ ਉਹਦੇ ਇੱਕ ਕੇਸ ਦੇ ਨਿਆਇਮੀ। ਇੰਨੀ ਹੈ ਆਪਣੇ ਦੀ ਤੇ ਬਗਾਨੇ ਦੀ ਵੇਖਣ ਦੇ ਵਿੱਚ ਸ਼ਕਤੀ। ਗੁਰੂ ਗੋਬਿੰਦ ਸਿੰਘ ਦਾ ਪਿਆਰ, ਉਹਦਾ ਪਿਆਰ ਕਰਨ ਵਾਲਾ ਇੰਨੀ ਕੀਮਤ ਰੱਖਦਾ ਹੈ। ਨਾਲੇ ਸਾਨੂੰ ਵੇਖਣ ਦੀ ਜਾਚ ਵੀ ਆ ਗਈ, ਇਹਨੂੰ ਚੇਤੇ ਰੱਖਿਓ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ। ਇਤਿਹਾਸਕ ਪੱਖ ਤੇ ਚੱਲੀਏ, ਉਸ ਇਲਾਕੇ ਦੇ ਵਿੱਚ ਗੁਰੂ ਨਾਨਕ ਦਾ ਮੁੱਲ ਪੈ ਗਿਆ। 2 ਘੋੜੇ, 2 ਘੋੜਿਆਂ ਤੋਂ ਗੁਰੂ ਨਾਨਕ ਪਾਤਸ਼ਾਹ ਵਿਕ ਗਏ ਨੇ। ਗੁਰੂ ਨਾਨਕ ਪਾਤਸ਼ਾਹ ਜਦੋਂ ਵਿਕੇ, ਜਿੱਥੇ ਗਏ ਉੱਥੇ ਜਾ ਕੇ ਮੇਰੇ ਦਾਤਾਰ ਅੰਤਰਜਾਮੀ ਸਤਿਗੁਰੂ ਅੱਜ ਉਸ ਮਾਲਕ ਦਾ ਹੁਕਮ ਵਜਾਉਣ ਲੱਗੇ ਨੇ। ਉਹਨੇ ਆਖਿਆ, ਗੁਲਾਮ ਤੈਨੂੰ ਪਤਾ ਗੁਲਾਮ ਦਾ ਅਰਥ ਕੀ ਆ? ਦੱਸੋ। ਅਰਥ ਇਹ ਹੁੰਦਾ ਜਿਹੜਾ ਖਰੀਦ ਲਵੇ ਉਹਦਾ ਹਰ ਹੁਕਮ ਮੰਨਣਾ। ਜੀ ਕੀ ਹੁਕਮ ਹੈ? ਕਹਿੰਦੇ ਆਓ ਪਈਆ ਗਾਗਰ ਪਾਣੀ ਲੈ ਕੇ ਆ। ਤੇ ਜਦੋਂ ਪਾਣੀ ਲੈਣ ਗਏ ਨੇ, ਵਾਪਸ ਆ ਗਏ ਨੇ। ਆਖਿਆ ਸਾਈਂ ਜਿੱਥੇ ਪਾਣੀ ਲੈਣ ਭੇਜਿਆ ਹੀ ਉੱਥੇ ਪਾਣੀ ਕੋਈ ਨਹੀਂ। ਆਹ ਨਾਲ ਦਾ ਟੋਭਾ ਵੇਖ ਆਉਣਾ ਸੀ, ਜਾ ਕੇ ਵੇਖ ਆਏ ਪਾਣੀ ਉੱਥੇ ਵੀ ਨਹੀਂ। ਆਹ ਫਲਾਣੇ ਖੂਹ ਤੇ ਚਲਾ ਜਾ, ਪਾਣੀ ਉੱਥੇ ਵੀ ਨਹੀਂ, ਪਾਣੀ ਕਿਸੇ ਪਾਸੇ ਵੀ ਨਹੀਂ। ਪਾਣੀ 4 ਚੁਫੇਰੇ ਮੁੱਕ ਗਿਆ। ਇਹ ਗੁਰੂ ਨਾਨਕ ਨੇ ਕਲਾ ਵਿਖਾ ਦਿੱਤੀ। ਆਓ ਤੱਕੀਏ, ਜਦੋਂ ਪਾਣੀ ਕਿਤੇ ਨਾ ਮਿਲਿਆ ਤੇ ਪਾਣੀ ਮੁੱਕਿਆ ਵੇਖ ਕੇ ਹਾਹਾਕਾਰ ਮਚ ਗਈ। ਹਾਲਾਤ ਕੁਝ ਐਂ ਨਜ਼ਰ ਆਏ ਨੇ।
ਹਲਚਲ ਮਚ ਗਈ, ਪੈ ਗਈ ਘਰ ਘਰ ਹਾਰ ਪੁਕਾਰ। ਮਾਨੋ ਧਰਤੀ ਉਲਟੀ ਹੋ ਗਈ, ਹੋ ਗਈ, ਹੋ ਗਈ। ਮਨ ਧਰਤੀ ਉਲਟੀ ਹੋ ਗਈ, ਹੋ ਕਰਮਾਂ ਵਾਲਿਓ। ਮਾਨੋ ਧਰਤੀ ਉਲਟੀ ਹੋ ਗਈ ਅਤੇ ਫੁੱਲ ਬਣ ਗਿਆ। ਕਿਤੇ ਦੇਣਾ ਉਲਾਂਭੇ ਰੱਬ ਨੂੰ, ਕਿਤੇ ਕਰਮਾਂ ਨੂੰ ਫਟਕਾਰ। ਇਹ ਕੀ ਕਰ ਖੁਦਾਈ ਵਰਤਿਆ, ਡਾਢੀ ਦੇ ਲਈ ਨਸੀਬਾਂ ਹਾਰ। ਹਾਏ ਪਾਣੀ ਬਾਝੋ ਜੀਵਣਾ, ਔਖਾ ਸੀ ਤਨ ਜੀ ਸੰਸਾਰ। ਹੋ ਕਰਮਾਂ ਵਾਲਿਓ। ਹੋ ਐਓ ਪਾਣੀ ਮੁੱਕਿਆ ਵੇਖ ਕੇ ਚਾਰ ਛਪੇਰੇ ਹਾਹਾਕਾਰ ਮਚ ਗਈ। ਸਾਰੇ ਟੋਬੇ ਸਾਰੇ ਤਲਾ ਸੁੱਕ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰ ਹਕੀਕਤ ਤੇ ਕਲਾ ਵਰਤਾਈ ਹੈ। ਜਿਹੜੇ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ, ਮੈਂ ਉਹਨਾਂ ਦੀ ਵੀ ਇੱਕ ਬੇਨਤੀ ਕਰਦਾ ਜਾਵਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਕਲਾ ਵਿਖਾਉਣ ਦਾ ਹੀ ਮਤਲਬ ਇਹ ਹੁੰਦਾ। ਹੁਣ ਕਹਿੰਦੇ ਜੀ ਗੁਰੂ ਨਾਨਕ ਕਰਾਮਾਤ ਵਿਖਾਉਂਦਾ ਨਹੀਂ। ਕਰਾਮਾਤ ਕਿਹਨੂੰ ਮੰਨਿਆ ਜਾਂਦਾ? ਜਿਹਦੇ ਅਧਿਕਾਰ ਖੇਤਰ ਵਿੱਚ ਕੁਝ ਕਰਨ ਦਾ ਅਧਿਕਾਰ ਨਹੀਂ ਹੁੰਦਾ ਤਾਂ ਉਹ ਕਰ ਦੇਵੇ, ਉਹ ਕਰਾਮਾਤ ਹੈ। ਮੇਰੀ ਅਕਸਰ ਹੀ ਸੰਸਾਰ ਦੀ ਯਾਤਰਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਬਹਿਸ ਹੋ ਜਾਇਆ ਕਰਦੀ, ਔਰ ਕਰਨ ਵਾਲੇ ਵੀ ਵਾਧੂ ਨੇ। ਜਿਹੜੀ ਇਹ ਗੱਲ ਸਿਖਾ ਜਾਂਦੇ ਨੇ ਕਿ ਬੰਦਾ ਤਿਆਰੀ ਕਰ ਲੈਂਦਾ, ਜੇ ਕੋਈ ਸਵਾਲ ਜਵਾਬ ਨਹੀਂ ਕਰਦਾ ਸਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਪੈਂਦੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਾ ਅਟਲ ਰਾਏ ਜੀ, ਉਹਨਾਂ ਨੇ ਮੋਹਨ ਨੂੰ ਜਿੰਦਾ ਕੀਤਾ। ਇਹਦੇ ਉੱਤੇ ਕਿਸੇ ਕਿੰਤੂ ਨਹੀਂ ਕੀਤਾ, ਕਹਿੰਦੇ ਇਹਨੇ ਕੀਤਾ ਹੈ। ਕੋਈ ਜਿਹੜਾ ਸਾਨੂੰ ਗੁਰੂ ਨਾਨਕ ਦੇ ਪ੍ਰਤੀ ਆਣ ਕੇ ਸ਼ੰਕਾ ਕਰਦਾ ਹੈ ਨਾ, ਕਲਾ ਨਹੀਂ ਵਰਤਾਈ, ਆ ਨਹੀਂ ਹੋ ਸਕਦਾ, ਆ ਨਹੀਂ ਹੋ ਸਕਦਾ, ਉਹ ਵੀ ਬੰਦਾ ਬਾਬਾ ਅਟਲ ਰਾਏ ਨੇ ਮੋਹਨ ਨੂੰ ਜਿੰਦਾ ਕੀਤਾ ਮੰਨ ਜਾਂਦਾ ਹੈ, ਉਹਦੇ ਉੱਤੇ ਆਬਜੈਕਸ਼ਨ ਨਹੀਂ ਕਰਦਾ। ਕਿਉਂ? ਕਿਉਂਕਿ ਬਾਅਦ ਵਿੱਚ ਗੁਰੂ ਸਾਹਿਬ ਨੇ ਆਖਿਆ ਅਟਲ ਰਾਏ ਜੀ ਐਸਾ ਨਹੀਂ ਸੀ ਕਰਨਾ, ਤੁਸੀਂ ਗਲਤ ਕੀਤਾ ਹੈ। ਫਿਰ ਕੀ ਹੋਇਆ? 9 ਸਾਲ ਦੀ ਉਮਰ ਹੈ, ਬਾਬਾ ਅਟਲ ਸਾਹਿਬ ਜੀ ਦੀ ਚਾਦਰ ਵਿਛਾ ਕੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ। ਅੱਜ ਵੀ ਅੰਮ੍ਰਿਤਸਰ ਬਾਬਾ ਅਟਲ ਸਾਹਿਬ ਦੀ ਸਭ ਤੋਂ ਉੱਚੀ ਬਿਲਡਿੰਗ ਹੈ, ਕੋਈ ਬਣ ਨਹੀਂ ਸਕਦੀ, ਉਹਦੇ ਬਰਾਬਰ ਕੋਈ ਹੋ ਨਹੀਂ ਸਕਦਾ। ਦੂਜੀ ਬੇਨਤੀ, ਬਾਬਾ ਗੁਰਦਿੱਤਾ ਜੀ ਨੇ ਗਊ ਜਿੰਦਾ ਕਰ ਦਿੱਤੀ, ਇਹ ਵੀ ਸਾਰਿਆਂ ਨੇ ਮੰਨ ਲਿਆ, ਕੀਤੀ ਹੈ। ਗੁਰੂ ਸਾਹਿਬ ਨੇ ਉਹਨਾਂ ਨੇ ਵੀ ਆਖਿਆ ਠੀਕ ਨਹੀਂ ਕੀਤਾ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੇ ਕੋਲ ਉਹਦੀ ਤਸੱਲੀ ਕਰਾਉਣ ਵਾਸਤੇ ਗਏ ਨੇ।
ਸਾਰੀਆਂ ਬਰਕਤਾਂ ਸਤਵੇਂ ਗੁਰੂ ਨੇ ਦੇ ਦਿੱਤੀਆਂ। ਬੱਕਰਾ ਪੇਸ਼ ਕੀਤਾ ਹੈ, ਬੱਕਰਾ ਵੱਢਿਆ ਖਾਦਾ। ਕਾਜੀ ਵੀ ਆਇਆ, ਉਹਨੂੰ ਲੈਗ ਪੀਸ ਖਾਣ ਦਾ ਬੜਾ ਸ਼ੌਂਕ ਸੀ, ਲੱਤ ਉਹ ਲੈ ਗਿਆ, ਲੱਤ ਉਹਨੇ ਖਾਦੀ। ਔਰੰਗਜ਼ੇਬ ਨੇ ਆਖਿਆ ਜੀ ਜਿਹਦਾ ਬੱਕਰਾ ਲਿਆਂਦਾ ਸੀ ਉਹ ਥੋੜਾ ਜਿਹਾ ਇਤਰਾਜ਼ ਕਰਦਾ, ਬੱਕਰਾ ਮੋੜ ਦਿਓ। ਬਾਬਾ ਰਾਮ ਰਾਏ ਨੇ ਬੱਕਰਾ ਮੋੜ ਦਿੱਤਾ, ਰਾਤ ਖਾਦਾ ਜਿਹੜਾ ਬਣਾ ਕੇ, ਉਹ ਬੱਕਰਾ ਦਿਨੇ ਵਾਪਸ ਕਰ ਦਿੱਤਾ, ਲੈ ਜਾ। ਕਹਿੰਦਾ ਜੀ ਇਹਦੀ ਲੱਤ ਹੈ ਨਹੀਂ। ਉਹ ਕਹਿੰਦੇ ਤੁਹਾਡੀ ਕਾਜੀ ਕੋਲ ਹੈ, ਉਹਨੂੰ ਕੋਲ ਲੱਤ ਦੇ ਦੇਵੇ। ਹੁਣ ਕਾਜੀ ਕੋਲ ਸਮਰੱਥਾ ਨਹੀਂ ਲੱਤ ਦੇਣ ਦੀ, ਬਾਬੇ ਰਾਮ ਰਾਏ ਕੋਲ ਸਮਰੱਥਾ ਸੀ, ਉਸਨੇ ਦੇ ਦਿੱਤੀ। ਸਾਰਿਆਂ ਮੰਨ ਲਿਆ, ਮੰਨਿਆ। ਹੁਣ ਨਾ ਤੇ ਅਧਿਕਾਰ ਹੈ ਬਾਬਾ ਰਾਮ ਰਾਏ ਕੋਲ, ਨਾ ਅਧਿਕਾਰ ਬਾਬਾ ਟੱਲ ਕੋਲ, ਨਾ ਅਧਿਕਾਰ ਹੈ ਬਾਬਾ ਗੁਰਦਿੱਤਾ ਕੋਲ। ਅਧਿਕਾਰ ਖੇਤਰ ਚੋਂ ਬਾਹਰ ਸੀ, ਇਹਨਾਂ ਨੇ ਕਰ ਦਿੱਤਾ। ਤੇ ਗੁਰੂ ਸਾਹਿਬ ਨੇ ਆਖਿਆ ਨਹੀਂ, ਐਸਾ ਨਹੀਂ ਕਰਨਾ। ਰਾਮ ਰਾਏ ਨੇ ਮਿੱਟੀ ਬੇਈਮਾਨ ਕੀ ਕਹਿ ਦਿੱਤਾ, ਮੁਸਲਮਾਨ ਕੀ ਦੀ ਥਾਂ ਤੇ, ਇਸ ਕਰਕੇ ਗੁਰੂ ਘਰ ਚੋਂ ਬੇਮੁਖ ਕਰ ਦਿੱਤਾ ਗਿਆ। ਮੈਂ ਗੱਲ ਸਿਰਫ ਇੰਨੀ ਬੇਨਤੀ ਕਰ ਲੱਗਾ ਹਾਂ ਕਿ ਜਿਨ੍ਹਾਂ ਦੇ ਪੁੱਤ ਇੰਨੀ ਮਾਲਕ ਸਮਰੱਥਾ ਦੇ ਰੱਖਦੇ ਨੇ, ਜਿਨ੍ਹਾਂ ਦੇ ਪੁੱਤਰਾਂ ਦੇ ਵਿੱਚ ਇੰਨੀ ਕਲਾ ਹੈ, ਇੰਨੀ ਮਲਕੀਅਤ, ਉਹਨਾਂ ਦੇ ਅੰਦਰ ਤਾਕਤ ਹੈ, ਗੁਰੂ ਵਿੱਚ ਕਿੰਨੀ ਤਾਕਤ ਹੋਵੇਗੀ। ਉਹ ਕਲਾ ਨਹੀਂ ਮੁਸਕਾ ਸਕਦਾ। ਗੁਰੂ ਦੇ ਅਧਿਕਾਰ ਖੇਤਰ 'ਚ ਹੈ, ਉਹਦੇ ਅਧਿਕਾਰ ਖੇਤਰ 'ਚ ਸਾਰਾ ਕੁਝ ਕਰ ਲੈਣਾ। ਹੁਣ ਉਸ ਬਰਦਾ ਫਰੋਸ਼ੀ ਨੂੰ ਬੰਦ ਕਰਨ ਵਾਸਤੇ ਗੁਰੂ ਨਾਨਕ ਇਸ ਕਰਕੇ ਪਹੁੰਚੇ ਨੇ। ਗੁਰੂ ਨਾਨਕ ਦਾ ਵਪਾਰੀ ਸਿੱਖ ਕਹਿ ਬਾਬਾ ਹਰਾ, ਭਾਈ ਹਰਾ। ਭਾਈ ਹਰਾ ਪੰਜਾਬ ਤੋਂ ਵਪਾਰ ਕਰਨ ਵਾਸਤੇ ਆਇਆ। ਉਹਨੇ ਵੇਖਿਆ ਗੁਰੂ ਨਾਨਕ ਦਾ ਸਿੱਖ ਆ, ਉਹਨੇ ਆਦਾ ਨਾਰਾ ਮਾਰਿਆ, ਬੰਦੇ ਵੇਚਣੇ ਬੰਦ ਕਰੋ, ਬੰਦੇ ਵੇਚਣੇ ਖਰੀਦਣੇ ਬੰਦ ਕਰੋ। ਇਹ ਬਹੁਤ ਵੱਡਾ ਗੁਨਾਹ ਹੈ। ਪਰਮਾਤਮਾ ਦਾ ਬਣਾਇਆ ਮਨੁੱਖ ਪਰਮਾਤਮਾ ਦੇ ਮਨੁੱਖ ਨੂੰ ਵੇਚੇ, ਡੰਗਰਾ ਪਸ਼ੂਆਂ ਵਾਂ ਚ ਵੇਖੇ ਸੋਭਾਦਾਇਕ ਹੈ। ਉਹਨੇ ਵਿਰੋਧ ਕੀਤਾ, ਚੁੱਕ ਕੇ ਉਸੇ ਮੀਰ ਨੇ ਜੇਲ੍ਹ ਵਿੱਚ ਸੁੱਟ ਦਿੱਤਾ, ਜਿਸ ਮੀਰ ਨੇ ਗੁਰੂ ਨਾਨਕ ਨੂੰ ਅੱਜ ਖਰੀਦਿਆ। ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਕਲਾ ਵਰਤਾਈ, ਸਾਰੇ ਪਾਣੀ ਸੁੱਕ ਗਿਆ, ਹਾਹਾਕਾਰ ਮਚ ਗਈ। ਕਿਉਂਕਿ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ, ਪਾਣੀ ਬਿਨੋ ਜੀਵਨ ਕਾਦਾ। ਪਾਵਨ ਗੁਰੂ ਪਾਣੀ ਪਿਤਾ, ਜਿਵੇਂ ਪਿਤਾ ਬਿਨਾ ਜੀਵਨ ਨਹੀਂ, ਪਾਣੀ ਬਿਨਾ ਜੀਵਨ ਕਿੱਦਾਂ ਹੋ ਸਕਦਾ। ਬਹੁਤ ਹੀ ਸਤਿਕਾਰਯੋਗ ਢਾਡੀ ਕਲਾ ਦਾ ਮਾਨ ਗਿਆਨੀ ਗੁਰਮੇਗ ਸਿੰਘ ਜੀ ਦੀਵਾਨਾ ਸਾਹਿਬ, ਉਹਨਾਂ ਦੀ ਭੁਜੰਗ ਫੌਜ ਸਾਨੂੰ ਪਿਆਰ ਬਖਸ਼ਿਸ਼ ਕਰਨ ਵਾਸਤੇ ਆਈ ਹੈ। ਉਹ ਵੀ ਆ ਰਹੇ ਨੇ, ਜਦੋਂ ਪਹੁੰਚ ਜਾਣਗੇ ਉਮੀਦ ਕਰਦਾ ਉਹ ਸਾਨੂੰ ਮਿਲਣਗੇ ਜ਼ਰੂਰ। ਵੀਰ ਨੇ ਨੰਬਰ ਲੈ ਲਿਆ। ਅਸੀਂ ਸ਼ੁਕਰ ਕਰਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਬਹੁਤ ਵੱਡਾ ਢਾਡੀਆਂ ਦਾ ਪਰਿਵਾਰ ਹੈ, ਦੇਸ਼ ਵਿਦੇਸ਼ ਵਿੱਚ ਮਿਲਦੇ, ਰੂਹ ਖਿੜ ਜਾਂਦੀ ਹੈ, ਦਿਲ ਬਾਗੋ ਬਾਗ ਹੋ ਜਾਂਦਾ ਹੈ। ਉਹਨਾਂ ਨੂੰ ਜਿਉ ਆਇਆ ਕਹਿੰਦਾ ਤੇ ਗੁਰੂ ਦਰਬਾਰ ਵਿੱਚ ਅਰਦਾਸ ਕਰਦਾ, ਵਾਹਿਗੁਰੂ ਕਿਰਪਾ ਕਰਿਓ, ਉਹ ਦੇਸ਼ ਵਿਦੇਸ਼ ਵਿੱਚ ਰਹੇ ਨੇ। ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਤੇ ਪੰਥ ਦੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ। ਆਓ ਤੱਕੀਏ। ਮੈਂ ਸਿਰਫ ਇਸ ਪ੍ਰਸੰਗ ਦੀਆਂ ਦੋ ਚੀਜ਼ਾਂ ਨੇ, ਉਹ ਜਲਦੀ ਨਾਲ ਕਹਿ ਦੇਣੀਆਂ ਕਿਉਂਕਿ ਅਸੀਂ ਵਿਹਲੇ ਹੈਗੇ ਆ। ਜਿਹਨੂੰ ਕੰਮ ਹੈ ਭਾਈ ਉਹ ਜਾ ਸਕਦਾ, ਜੇਕਰ ਨਹੀਂ ਤੇ ਜਿਹੜਾ ਇਸ ਘੜੀਆਂ ਵਾਰ-ਵਾਰ ਨਹੀਂ ਮਿਲਦੀਆਂ, ਗੁਰੂ ਲੇਖੇ ਲਾ ਲਓ। ਜਿੰਨਾ ਸਮਾਂ ਲੱਗਦਾ, ਜਿੰਨਾ ਸਮਾਂ ਗੁਰੂ ਦੇ ਲੇਖੇ ਲੱਗਦਾ ਉਹੋ ਹੀ ਬਚਦਾ ਜੇ। ਬਾਕੀ ਤੇ ਕੀਚੜ ਆਟਾ ਗਿਰ ਪਰਿਆ, ਕਛੂ ਨਾ ਆਇਓ ਹਾਥ, ਪੀਸਤ ਚਾਬਿਆ ਸੋਈ ਨਿਭਿਆ ਸਾਥ। ਚੱਕੀ ਚੱਲ ਰਹੀ ਹੈ, ਆਟਾ ਪੀਸਿਆ ਜਾ ਰਿਹਾ, ਗਲਾ ਭਰ ਕੇ ਪਾਇਆ ਜਾ ਰਿਹਾ। ਉਹ ਜਿਹੜਾ ਉਹ ਪੀਂਦਿਆਂ ਜਿਹੜੇ ਦਾਣੇ ਚੱਬ ਲੈ ਨਾ, ਉਹੀ ਬਚੇ, ਆਟਾ ਤੇ ਚੱਕੜ 'ਚ ਡਿੱਗ ਪਿਆ, ਲੱਭਾ ਕੁਝ ਨਹੀਂ। ਪਰ ਜਿਹੜੇ ਚਿੱਥਲੇ ਨਾ, ਜਿਹੜਾ ਲੇਖੇ ਲੱਗ ਗਿਆ, ਸਮਝੋ ਉਹੋ ਹੀ ਲਾਹੇਦਾ ਏ। ਆਓ ਉਸ ਸਿੱਖ ਦੀ ਅਰਦਾਸ ਸੁਣੀਏ। ਇਧਰੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾ ਦਿੱਤੀ, ਉਧਰੋਂ ਭਾਈ ਹਰਾ ਉਸ ਮੀਰ ਦੀ ਕੈਦ ਵਿੱਚ ਗੁਰੂ ਨਾਨਕ ਦੇ ਚਰਨਾਂ 'ਚ ਆਪਣੀ ਰਿਹਾਈ ਵਾਸਤੇ, ਆਪਣੀ ਬੰਦ ਖਲਾਸੀ ਵਾਸਤੇ ਅਰਦਾਸਾਂ ਕਰਦਾ। ਕੀ ਕਹਿੰਦਾ ਸੁਣੀਏ। ਇਸ ਨੂੰ ਢਾਡੀ ਕਲਾ ਦੀ ਕਲੀ ਆਖਿਆ ਜਾਂਦਾ ਹੈ। ਮੇਰੇ ਸਾਥੀ ਬਿਆਨ ਕਰਦੇ ਨੇ ਪਿਆਰ ਨਾਲ। ਹੋ ਬੰਦੀ ਖਾਨੇ ਦੇ ਵਿੱਚ ਸਿੱਖ ਅਰਦਾਸਾਂ ਕਰਦਾ ਏ, ਹੋ ਸਿੱਖ ਅਰਦਾਸਾਂ ਕਰਦਾ ਏ। ਮਨ ਢਾਡੀਆਂ ਦਾ ਕਹਿਣਾ
ਆਖਾਂ ਪਾਪ ਕਮਾਉਂਦਿਆਂ ਦੇ ਫਿਰਦਾ ਪਾਪ ਨਿਵਾਰਦਾ ਹੋ ਕਿਧਰੇ ਚਰਨਾ ਨਾਲੋਂ ਤੋੜ ਮਿਲਕਦੇ ਤੁਰ ਪਿਓ ਹੋ ਕਿਧਰੇ ਦੁਖੀ ਤੜਪਦੇ ਚਰਨੀ ਲਾਲਾ ਠਾਰਦਾ ਹੋ ਕਿਧਰੇ ਪੂਰੀਆਂ ਵਿੱਚੋਂ ਲਹੂ ਨਚੋੜਿਆਂ ਦਾ ਤਿਆ ਸੱਚ ਆਖਾਂ ਕਿਧਰੇ ਲਾਲੋ ਦਾ ਤੂੰ ਦੁੱਤੋਂ ਦੋ ਤਨ ਤਾਰਦਾ ਹੋ ਕਿਧਰੇ ਆਪ ਜੇਲ੍ਹ ਵਿੱਚ ਬੈਠਾ ਚੱਕੀਆਂ ਪੀਂਦਾ ਏ ਕਿਧਰੇ ਬੰਦੀਆਂ ਦੇ ਹੈ ਬੰਧਨ ਪਿਆ ਉਤਾਰਦਾ ਹੋ ਕਿਧਰੇ ਪੱਥਰਾਂ ਵਿੱਚੋਂ ਕੱਢਦੇ ਸੋਮੇ ਪਾਣੀ ਦੇ ਸੱਚ ਆਖਾਂ ਕਿਧਰੇ ਪਰਬਤ ਬਾਬਾ ਪੰਜੇ ਨਾਲ ਖਿਲਾਰਦਾ ਕਿਧਰੇ ਨਾਲ ਨਜ਼ਰ ਦੇ ਕੋੜੇ ਮਿੱਠੇ ਕਰਦਾ ਏ ਸੁੱਕੇ ਫੁੱਲਾਂ ਅੰਦਰ ਫਿਰਦਾ ਮਹਿਕ ਖਿਲਾਰਦਾ ਹੋ ਕਿਧਰੇ ਮਾਨਸ ਗਾਣੇ ਕਰਦਾ ਫਿਰਦਾ ਦੇਵਤੇ ਸੱਚ ਆਖਾਂ ਕਿਧਰੇ ਝਾਤੀ ਪਾ ਕੇ ਤਬੇ ਕੜਾਹੇ ਠਾਰਦਾ ਜਿਹੜਾ ਪ੍ਰੇਮ ਪ੍ਰਭੂ ਤੋਂ ਲੈ ਕੇ ਆਇਆ ਦੁਨੀਆ ਤੇ ਦਰਸ਼ਨ ਦੇ ਦੇ ਬਾਬਾ ਸਦਕਾ ਉਸ ਪਿਆਰ ਦਾ ਸਾਨੂੰ ਮਾਣ ਨਹੀਂ ਕੋਈ ਭਗਤੀ ਸਿਦਕ ਕਮਾਈ ਦਾ ਸੱਚ ਆਖਾਂ ਮੈਂ ਪਾਵੇਂਦਾ ਹਾਂ ਦਿਲ ਆਪਣੇ ਬਖਸ਼ਣਹਾਰ ਦਾ ਜਿਹੜਾ ਪ੍ਰੇਮ ਪ੍ਰਭੂ ਤੋਂ ਲੈ ਕੇ ਆਇਓ ਦੁਨੀਆ ਤੇ ਦਰਸ਼ਨ ਦੇ ਦੇ ਬਾਬਾ ਸਦਕਾ ਉਸ ਪਿਆਰ ਦਾ ਸਾਨੂੰ ਮਾਣ ਨਹੀਂ ਕੋਈ ਭਗਤੀ ਸਿਦਕ ਕਮਾਈ ਦਾ ਸੱਚ ਆਖਾਂ ਮੈਂ ਪਾਵੇਂਦਾ ਦਿਲ ਆਪਣੇ ਹਾਂ ਬਖਸ਼ਣਹਾਰ ਦਾ ਮੈਂ ਹੱਥ ਬੰਨਦਾ ਤੇ ਦਸ ਅਰਜ਼ਾਂ ਕਰਦਾ ਤੇਰੀਆਂ ਮੰਨ ਲੈ ਸੰਗਤੇ ਮੇਰੀਆਂ ਸਭ ਸੰਗਤ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਸਾਰੇ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਭਾਈ ਹਰੇ ਦੀ ਅਰਦਾਸ ਗੁਰੂ ਨਾਨਕ ਦੀ ਸਮਾਧੀ ਖੋਲ ਗਈ। ਉਧਰੋਂ ਸਾਰੇ ਸ਼ਹਿਰ ਦੀ ਚਿੰਤਾ ਵੱਧ ਗਈ, ਪਾਣੀ ਮੁੱਕ ਗਿਆ, ਹਾਹਾਕਾਰ ਮਚ ਉੱਠੀ ਹੈ। ਤੇ ਜਦੋਂ ਐਸੇ ਹਾਲਾਤ ਵਾਪਰ ਜਾਣ
ਜਿਹੜੀ ਮਨੁੱਖੀ ਤਾਕਤ ਤੋਂ ਗੱਲ ਬਾਹਰ ਹੋ ਜਾਇਆ ਕਰਦੀ ਹੈ, ਫਿਰ ਮਨੁੱਖੀ ਤਾਕਤ ਉਸ ਜਗ੍ਹਾ ਤੇ ਝੁਕਦੀ ਹੈ ਜਿੱਥੋਂ ਸਾਰੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਫਿਰ ਜਿਨ੍ਹਾਂ ਨੇ ਕਦੇ ਰੱਬ ਨੂੰ ਮੰਨਿਆ ਨਹੀਂ, ਜਿਹੜੇ ਰੱਬ ਨੂੰ ਜਾਣਦੇ ਨਹੀਂ, ਫਿਰ ਉਹ ਵੀ ਲੋਕ ਰੱਬ ਦੇ ਨਾਂ ਤੇ ਦੁਆਵਾਂ ਕਰਦੇ, ਅਰਦਾਸਾਂ ਕਰਦੇ, ਮੰਦਿਰ ਮਸੀਤਾਂ ਦੇ ਵਿੱਚ ਵੜਦੇ, ਕੋਈ ਟੱਲ ਖੜਕਾਉਂਦਾ ਹੈ, ਕੋਈ ਬਾਂਗਾ ਦਿੰਦਾ ਹੈ, ਫਿਰ ਰੱਬ ਦਾ ਉਲਾਂਭਾ ਲਾਉਣ ਦਾ ਯਤਨ ਕਰਦਾ ਹੈ ਕਿ ਹੁਣ ਪਾਣੀ ਬਾਝੋਂ ਕੀ ਹੋਣਾ। ਕਿ ਮਨੁੱਖ ਨੂੰ ਅਕਲ ਉਦੋਂ ਆਉਂਦੀ ਹੈ ਜਦੋਂ ਇਸ ਨੂੰ ਕੋਈ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪੈਂਦਾ ਹੈ, ਵਰਨਾ ਇਹ ਰੱਬ ਤੋਂ ਮੁਨਕਰ ਹੋ ਜਾਇਆ ਕਰਦਾ ਹੈ। ਰੱਬ ਹੈ, ਇਹ ਰੱਬ ਨੂੰ ਵੀ ਦੱਸਣਾ ਪੈਂਦਾ ਹੈ, ਰੱਬ ਨੂੰ ਵਿਖਾਉਣਾ ਪੈਂਦਾ ਹੈ। ਜੇਕਰ ਬੰਦਾ ਆਪਣੇ ਆਪ ਨੂੰ ਰੱਬ ਮੰਨ ਬੈਠਾ ਹੈ ਤੇ ਰੱਬ ਕਲਾ ਨਾ ਖੇਡੇ ਤੇ ਉਸ ਬੰਦੇ ਦੀ ਸੋਝੀ ਨਹੀਂ ਪੈਂਦੀ, ਉਸ ਬੰਦੇ ਨੂੰ ਸੰਭਾਲਿਆ ਨਹੀਂ ਜਾ ਸਕਦਾ। ਆਓ ਤੱਕੀਏ ਇੱਕ ਆਖਰੀ ਛੰਦ ਇਸ ਪ੍ਰਸੰਗ ਦਾ, ਗੱਡੀ ਛੰਦ ਹੈ। ਚਾਰ ਸਵੇਰੇ ਹਾਹਾਕਾਰ ਮਚ ਗਈ ਉਸ ਮੀਰ ਦੇ ਕੋਲ, ਕਿਉਂਕਿ ਜ਼ਿੰਮੇਵਾਰ ਇਲਾਕੇ ਦਾ ਹੈ, ਪਾਣੀ ਵਾਸਤੇ ਬੇਨਤੀਆਂ ਕਰ ਲੱਗੇ ਨੇ। ਹੁਣ ਉਹ ਸਾਰੇ ਰੱਬ ਚੇਤੇ ਆ ਗਿਆ ਹੈ, ਔਰ ਰੱਬ ਆਉਂਦਾ ਵੀ ਔਖੇ ਸਮੇਂ ਯਾਦ ਹੈ। ਜੇਕਰ ਰੱਬ ਸੁੱਖ ਵੇਲੇ ਯਾਦ ਆ ਜਾਏ ਤੇ ਦੁੱਖਾਂ ਦਾ ਪਸਾਰਾ ਘਟ ਜਾਵੇ। ਪਰ ਕੀ ਕਰੀਏ, ਸੰਸਾਰ ਦਾ ਹੀ ਇਹ ਪੱਖ ਐਸਾ ਹੈ, ਸੰਸਾਰ ਦਾ ਸੁਭਾਅ ਐਸਾ ਹੈ, ਇਹ ਸੁੱਖ ਵੇਲੇ ਰੱਬ ਨੂੰ ਭੁੱਲ ਜਾਂਦਾ ਹੈ, ਦੁੱਖ ਵੇਲੇ ਰੱਬ ਨੂੰ ਯਾਦ ਕਰਦਾ ਹੈ। ਹੁਣ ਪਾਣੀ ਦੀ ਕੁਰਲਾਹਟ, ਚਿੰਤਾ ਹੱਦੋਂ ਵੱਧ ਗਈ ਤੇ ਸਾਰੇ ਲੋਕ ਮਸੀਤ ਵਿੱਚ ਇਕੱਠੇ ਹੋ ਕੇ ਰੱਬ ਨੂੰ ਉਲਾਂਭਾ ਦਿੰਦੇ, ਕੁਝ ਉਹਦਾ ਉਲਾਂਭਾ ਲਾਉਂਦੇ ਨੇ। ਤੇ ਕਹਾਣੀ ਇਸ ਦਾ ਕੀ ਅੰਤ ਕਰਦੀ ਹੈ, ਸੁਣੀਏ ਇਸ ਗੱਡੀ ਛੰਦ ਰਾਹੀਂ ਪਿਆਰ ਨਾਲ ਇਉਂ ਬੇਨਤੀ ਕੀਤੀ ਜਾਂਦੀ ਹੈ। ਸਾਰੇ ਸ਼ਹਿਰ ਚ ਦਹਾਈ ਫੇਰ ਗਈ, ਹਾਂ ਸਾਰੇ ਸ਼ਹਿਰ ਚ, ਸਾਰੇ ਸ਼ਹਿਰ ਚ ਦੁਹਾਈ ਫੇਰ ਗਈ। ਉਹ ਤੰਗ ਹੋ ਗਏ ਨਾਰ ਨਾਰੀਆਂ ਇਕੱਠੇ ਹੋਏ ਕੇ, ਇਕੱਠੇ ਹੋਏ ਕੇ ਮਸਜਿਦ ਸਾਰੇ ਰੱਬ ਅੱਗੇ
ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾ ਦਿੱਤੀ। ਸਾਰੇ ਮਸੀਤ ਵਿੱਚ ਪਾਣੀ ਤੋਂ ਹਾਹਾਕਾਰ ਕਰਦੇ, ਉਸ ਇਲਾਕੇ ਦੇ ਲੋਕ ਇਕੱਠੇ ਹੋ ਗਏ ਨੇ। ਕੁਝ ਨਮਾਜ਼ ਪੜ੍ਹਦੇ ਨੇ, ਕੁਝ ਦੁਆਵਾਂ ਕਰਦੇ ਨੇ, ਗੱਲ ਬਣਦੀ ਕੋਈ ਨਹੀਂ। ਚਾਰ ਸਵੇਰੇ ਹਾਹਾਕਾਰ ਮੱਚੀ ਵੇਖ ਕੇ ਅਖੀਰ ਮੀਰ ਦੇ ਕੋਲ ਆਣ ਕੇ ਸਾਰੇ ਰੋਏ। ਆਖਰ ਗੱਲ ਕੀ ਹੈ? ਜਿਹੜਾ ਕੱਲ ਤੂੰ ਖਗੋਲਾ ਖਰੀਦ ਕੇ ਲੈ ਕੇ ਆਂਦਾ ਸੀ ਉਹ ਵੀ ਨਜ਼ਰ ਨਹੀਂ ਆ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਨਜ਼ਰ ਨਾ ਆਏ। ਬੈਠੇ ਹੋਣਗੇ ਪਾਸੇ ਰੱਬ ਦੇ ਨਾਲ ਬਿਰਤੀ ਸੁਰਤੀ ਜੋੜ ਕੇ। ਉਹਨਾਂ ਨੇ ਕੀ ਆਖਿਆ ਹੈ? ਮੀਰ ਨੇ ਆਖਿਆ, ਹਾਂ ਜਦੋਂ ਮੈਂ ਉਸ ਨੂੰ ਖਰੀਦਿਆ ਏ, ਮੈਨੂੰ ਉਹਦਾ ਨੂਰਾਨੀ ਚਿਹਰੇ ਤੇ ਨੂਰ ਝਲਕਦਾ ਇੱਕ ਵਾਰ ਮੈਨੂੰ ਸ਼ਾਂਤੀ ਦਿੰਦਾ ਸੀ। ਤੇ ਜਦੋਂ ਉਸ ਨੂੰ ਮੈਂ ਗਾਗਰ ਦੇ ਕੇ ਤੋਰਿਆ, ਜਿਸਨੇ ਆਣ ਕੇ ਸੁਨੇਹਾ ਦਿੱਤਾ ਪਾਣੀ ਨਹੀਂ ਹੈ, ਤੇ ਗਾਗਰ ਇੱਕ ਗਿੱਠ ਉੱਚੀ ਉਹਦੇ ਸਿਰ ਤੋਂ ਮੈਨੂੰ ਨਜ਼ਰ ਆਈ ਹੈ। ਹੋਵੇ ਨਾ ਤੇ ਉਹ ਖੁਦਾਈ ਪੁਰਸ਼ ਹੈ। ਇਹ ਸਾਰਾ ਹੀ ਉਹਦਾ ਕੌਤਕ ਰਚਿਆ ਹੋਇਆ ਹੈ। ਉਹਦੇ ਚਰਨ ਫੜ ਲਈਏ, ਸ਼ਾਇਦ ਸਾਡਾ ਭਲਾ ਹੋ ਸਕੇ। ਜਿੱਥੇ ਗੁਰੂ ਨਾਨਕ ਬੈਠੇ ਸਨ, ਮੀਰ ਉਹਨਾਂ ਸਾਰਿਆਂ ਦੁਖਿਆਰਿਆਂ ਨੂੰ ਲੈ ਕੇ ਗੁਰੂ ਨਾਨਕ ਦੇ ਚਰਨਾਂ ਤੇ ਆਣ ਟੱਠਾ, ਡਿੱਗ ਪਿਆ ਆਣ ਕੇ ਚਰਨਾਂ 'ਚ। ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਐਸਾ ਕੋਈ ਰਹਿਬਰ, ਐਸਾ ਕੋਈ ਪੈਗੰਬਰ, ਐਸਾ ਕੋਈ ਕੌਮ ਦਾ ਆਗੂ ਨਹੀਂ ਨਜ਼ਰ ਆਇਆ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਂਗ ਜੇਲਾਂ ਕੱਟਦਾ ਨਜ਼ਰ ਆਇਆ ਹੋਵੇ, ਜੋ ਗੁਰੂ ਨਾਨਕ ਦੇ ਵਾਂਗ ਆਪਣੀ ਉਮਤ ਵਾਸਤੇ ਚੱਕੀਆਂ ਪੀਂਦਾ ਨਜ਼ਰ ਆਇਆ ਹੋਵੇ। ਇਥੋਂ ਤੱਕ ਕਿ ਬਰਦਾ ਫਰੋਸ਼ੀ ਦੀ ਮੰਡੀ ਵਿੱਚ ਵੀ ਆਪ ਗੁਰੂ ਨਾਨਕ ਆਪਣੀ ਉਮਤ ਵਾਸਤੇ ਵਿਕਿਆ ਹੈ। 2 ਘੋੜੇ ਮੁੱਲ ਪਿਆ ਗੁਰੂ ਸਾਹਿਬ ਜੀ ਦਾ। ਅੱਜ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਖਰੀਦਿਆ, ਤੇ ਗੁਰੂ ਨਾਨਕ ਅੱਜ ਉਹਨਾਂ ਦਾ ਹੀ ਹੋ ਗਿਆ। ਉਹਨਾਂ ਦੇ ਦੁੱਖ ਦਰਦ ਸੁਣਨ ਵਾਸਤੇ ਉਹਨਾਂ ਦੀਆਂ ਪੁਕਾਰਾਂ ਸੁਣ ਰਿਹਾ। ਮੀਰ ਡਿੱਗਾ, ਪਠਾਨ ਰੋਹੇਲੇ ਦੇ ਆਣ ਕੇ ਡਿੱਗੇ ਨੇ, ਹੱਥ ਜੋੜੇ ਨੇ, ਦਾਤਾਰ ਅਸੀਂ ਨਹੀਂ ਜਾਣਦੇ ਕੀ ਹੋ ਗਿਆ ਹੈ, ਪਰ ਜੋ ਪਿੱਛੇ ਬੀਤ ਗਿਆ ਉਸ ਦੀ ਅਸੀਂ ਮੁਆਫੀ ਚਾਹੁੰਦੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਖੁਦਾ ਦੇ ਬੰਦਿਓ, ਮੈਂ ਦੱਸਣ ਵਾਸਤੇ ਆਇਆ ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਉਹ ਸਾਰਿਆਂ 'ਚ ਪਰਮਾਤਮਾ ਵਸਦਾ ਹੈ, ਸਾਰੀ ਮਨੁੱਖਤਾ ਦੇ ਵਿੱਚ ਪਰਮਾਤਮਾ। ਮਨੁੱਖਤਾ ਨੂੰ ਸਮਝੋ, ਕੋਈ ਮਨੁੱਖ ਵੱਡਾ ਨਹੀਂ, ਕੋਈ ਮਨੁੱਖ ਛੋਟਾ ਨਹੀਂ। ਫਿਰ ਕਿਉਂ ਮਨੁੱਖ ਦਾ ਗੁਲਾਮ ਹੋ ਕੇ ਮਨੁੱਖ ਦੀ ਚਾਕਰੀ ਕਰੇ? ਇਨਸਾਨੀਅਤ ਦੇ ਗੁਣ ਅਪਣਾਓ। ਇਨਸਾਨੀਅਤ ਦੇ ਗੁਣਾਂ ਅੰਦਰੋਂ ਤੁਹਾਨੂੰ ਪਰਮਾਤਮਾ ਨਜ਼ਰ ਆਏਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਾਬਾ ਫਰੀਦ ਜੀ ਦਾ ਅੱਜ ਜਨਮ ਦਿਹਾੜਾ, ਤੇ ਉਹ ਵੀ ਕਹਿੰਦੇ ਨੇ, ਫਰੀਦਾ ਖਾਲਕ ਖਲਕ ਮਹੇ, ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੋਂ ਆਖੀਏ ਜਾਂ ਤਿਸ ਬਿਨ ਕੋਈ ਨਾ। ਬੰਦਿਆ, ਬੰਦੇ ਨੂੰ ਰੱਬ ਨੂੰ ਪਛਾਨਣਾ ਹੈ ਤੇ ਬੰਦੇ ਦੇ ਦਿਲ ਵਿੱਚੋਂ ਪਛਾਣਨ ਦਾ ਯਤਨ ਕਰ। ਇੱਕ ਅਦੀਬ ਲਿਖਦਾ, ਮੰਦਰ ਢਾਦੇ ਮਸਜਿਦ ਢਾਦੇ ਜੋ ਕੁਝ ਢਹਿੰਦਾ, ਇੱਕ ਬੰਦੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ। ਬੰਦਿਆ, ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਜੇ ਤੈਨੂੰ ਪਰਮਾਤਮਾ ਦੇ ਮਿਲਣ ਦੀ ਸਿੱਖ ਹੈ, ਪਿਆਸ ਹੈ, ਚਾਹਤ ਹੈ, ਤੇ ਯਾਦ ਰੱਖ ਕਿਸੇ ਦਾ ਦਿਲ ਨਾ ਦੁਖਾ ਦੇਵੀਂ, ਕਿਉਂਕਿ ਇਹਨਾਂ ਦਿਲਾਂ ਦੇ ਅੰਦਰ ਪਰਮਾਤਮਾ ਬੈਠਾ। ਘਟ ਘਟ ਮੈਂ ਹਰ ਜੋ ਬਸ ਹੈ, ਸੰਤਨ ਕਹਿਓ ਪੁਕਾਰ। ਗੁਰੂ ਨਾਨਕ ਨੇ ਆਖਿਆ, ਛੱਡ ਦੋ ਇਹ ਜ਼ੁਲਮ ਕਰਨਾ, ਇਸ ਗੁਨਾਹ ਦੀ ਤੌਬਾ ਕਰ ਲਵੋ। ਪਾਣੀ ਤੇ ਉੱਥੇ ਹੀ ਹੈ ਜਿੱਥੇ ਸਾਰਾ ਕੁਝ ਹੈ। ਤੁਹਾਡੇ ਅੱਖਾਂ ਦਾ ਇੱਕ ਛਲਾਵਾ ਸੀ ਜਿਹੜਾ ਤੁਹਾਨੂੰ ਨਜ਼ਰ ਨਾ ਆਇਆ। ਪਾਪ ਤੋਂ ਹਟਾਉਣ ਵਾਸਤੇ ਅੱਜ ਗੁਰੂ ਨਾਨਕ ਇਸ ਮੰਡੀ ਵਿੱਚ ਵਿਕਿਆ ਹੈ। ਉਹਨਾਂ ਸਾਰਿਆਂ ਤੌਬਾ ਕੀਤੀ। ਗੁਰੂ ਨਾਨਕ ਨੇ ਆਖਿਆ, ਜਿਹੜੇ ਕੈਦੀ ਬਣਾ ਕੇ ਤੁਸੀਂ ਜੇਲ੍ਹ ਅੰਦਰ ਸੁੱਟੇ ਨੇ, ਉਹ ਜੇਲ੍ਹਾਂ ਖੋਲ ਦਿਓ। ਦਰਵਾਜ਼ੇ ਖੋਲ ਦਿੱਤੇ ਗਏ। ਕੱਲਾ ਕੱਲਾ ਕੈਦੀ ਜੇਲੋਂ ਬਾਹਰ ਆਇਆ। ਗੁਰੂ ਨਾਨਕ ਦਾ ਚਰਨ ਸਪਰਸ਼ ਕਰਕੇ ਕੋਟਾਨ ਕੋਟ ਸ਼ੁਕਰਾਨਾ ਕਰਦਾ ਆਪਣੇ ਘਰਦਿਆਂ ਦੇ ਨਾਲ ਆਪਣੇ ਘਰ ਨੂੰ ਵਿਦਾ ਹੋਇਆ। ਤੇ ਭਾਈ ਹਰਾ, ਜਿਹੜਾ ਬੜੀ ਲੰਬੀ ਉਡੀਕ ਵਿੱਚ ਗੁਰੂ ਨਾਨਕ ਦੇ ਦਰਸ਼ਨਾਂ ਦੀ ਤਾਂਘ ਵਿੱਚ ਬੈਠਾ ਸੀ, ਜੇਲੋਂ ਨਿਕਲਿਆ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਰੋ ਰੋ ਕੇ ਉਹਨੇ ਹੰਝੂਆਂ ਦੇ ਨਾਲ ਚਰਨ ਧੋ ਦਿੱਤੇ। ਇਸ ਕਰਕੇ, ਹੇ ਮੇਰਿਆ ਮਾਲਕਾ, ਤੂੰ ਇੰਨਾ ਪਿਆਰ ਦਾ ਬੱਧਾ ਹੋਇਆ ਏ, ਤੂੰ ਇੰਨਾ ਪਿਆਰ ਦਾ ਖਿੱਚਾ ਆਇਆ ਕਿ ਮੈਨੂੰ ਬਚਾਉਣ ਵਾਸਤੇ ਇਸ ਮੰਡੀ ਦੇ ਵਿੱਚ ਵੀ ਵਿਕ ਗਿਆ। ਮੇਰੇ ਲਈ ਐਡਾ ਵੱਡਾ ਪਰਉਪਕਾਰ ਕੀਤਾ। ਗੁਰੂ ਨਾਨਕ ਆਖਦੇ, ਤੇਰੇ ਲਈ ਨਹੀਂ, ਸਮੁੱਚੀ ਮਨੁੱਖਤਾ ਦੇ ਵਾਸਤੇ ਪਰਉਪਕਾਰ ਕਰਨ ਵਾਸਤੇ। ਨਾਨਕ ਨਿਰੰਕਾਰੀ
ਇਨਸਾਨੀ ਜਾਮਾ ਪਹਿਨ ਕੇ ਇਨਸਾਨਾਂ ਦੇ ਨਾਲ ਮੁਹੱਬਤ ਪ੍ਰੇਮ ਵੰਡਣ ਵਾਸਤੇ ਆਏ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿੱਥੇ ਬਾਬਰ ਦੀ ਜੇਲ੍ਹ ਦੇ ਬੰਦੀਖਾਨੇ ਏਮਨਾਬਾਦ ਦੀ ਲੜਾਈ ਦੇ ਵਿੱਚੋਂ ਛੁਡਾਏ ਸਨ, ਤੇ ਅੱਜ ਗੁਰੂ ਨਾਨਕ ਨੇ ਰੁਹੇਲਖੰਡ ਦੀ ਮੰਡੀ ਸਦਾ ਵਾਸਤੇ ਬੰਦ ਕਰ ਦਿੱਤੀ। ਇੱਥੇ ਕਦੇ ਇਨਸਾਨ ਨਹੀਂ ਵੇਚੇ ਜਾਣਗੇ, ਇਨਸਾਨ ਗੁਲਾਮ ਨਹੀਂ ਬਣਾਏ ਜਾਣਗੇ। ਇਨਸਾਨ ਜਿਵੇਂ ਪਸ਼ੂ ਵੇਚਦੇ ਨੇ ਇਦਾਂ ਨਹੀਂ ਵੇਖਿਆ ਕਰਨਗੇ। ਵੇਚਣ ਖਰੀਦਣ ਵਾਲੀਆਂ ਚੀਜ਼ਾਂ ਦਾ ਵਪਾਰ ਕਰੋ ਭਾਈ, ਪਰਮਾਤਮਾ ਤੋਂ ਡਰ ਕੇ ਚੱਲੋ। ਕਿਸੇ ਨੂੰ ਤਾਕਤ ਮਿਲ ਜਾਂਦੀ, ਕਿਸੇ ਨੂੰ ਸੱਤਾ ਮਿਲ ਜਾਂਦੀ ਹੈ, ਤੇ ਉਹ ਉਸ ਦੇ ਬਹਿ ਕੇ ਅਦਲ ਕਮਾਵੇ, ਨਿਆਂ ਕਰੇ, ਇਨਸਾਫ ਕਰੇ, ਵੱਡਿਆਂ ਦੇ ਨਾਲ ਸਤਿਕਾਰ ਕਰੇ, ਛੋਟਿਆਂ ਦੇ ਨਾਲ ਪ੍ਰੇਮ ਦੇ ਨਾਲ ਉਹ ਉਹਨਾਂ ਦੇ ਪੇਸ਼ ਆਵੇ। ਪਿਆਰ ਦਾ ਸਬੂਤ ਦਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਲਾ ਕੀਤਾ। ਆਖਿਓ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਪ੍ਰਸੰਗ ਆਪ ਜੀ ਦੇ ਨਾਲ ਸਾਂਝਾ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖੇਮਾ ਤੁਸੀਂ ਬੜੀ ਇਕਾਗਰਤਾ ਦੇ ਨਾਲ, ਬੜੇ ਪਿਆਰ ਦੇ ਨਾਲ ਇਹ ਪ੍ਰਸੰਗ ਸਰਵਣ ਕੀਤਾ ਹੈ। ਇਸੇ ਤਰੀਕੇ ਨਾਲ ਇਤਿਹਾਸ ਦੇ ਨਾਲ ਆਪ ਜੀ ਨੇ ਜੁੜੇ ਰਹਿਣਾ। ਦੂਸਰੀ ਬੇਨਤੀ ਮੈਂ ਫਿਰ ਕਰਦਿਆਂ, ਗੁਰੂ ਦਰਬਾਰ ਅੰਦਰ ਤੁਸੀਂ ਲੰਗਰ ਵਾਸਤੇ ਭੇਟਾਵਾਂ ਲੈ ਕੇ ਆਉਂਦੇ ਹੋ, ਰਸਤਾਂ ਬਸਤਾਂ ਲੈ ਕੇ ਆਉਂਦੇ ਹੋ। ਆਟੇ ਦੀ ਗਿਣਤੀ ਥੋੜੀ ਜਿਹੀ ਘੱਟ ਕਰ ਦਿਓ, ਕਿਉਂਕਿ ਆਟਾ ਬਹੁ ਗਿਣਤੀ ਦੇ ਵਿੱਚ ਗੁਰੂ ਘਰ ਵਿੱਚ ਪਹੁੰਚਦਾ ਹੈ। ਬੇਨਤੀ ਇਹ ਹੈ, ਜਿਸ ਨੇ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਰਸਤ ਦੀ ਸੇਵਾ ਕਰਨੀ ਹੈ, ਬੜਾ ਚੰਗਾ ਹੋਵੇਗਾ ਜੇਕਰ ਗੁਰੂ ਘਰ ਦੇ ਲਾਂਗਰੀ ਸਿੰਘ ਤੋਂ ਪੁੱਛ ਲਿਆ ਜਾਵੇ ਵੀ ਅਸੀਂ ਸੇਵਾ ਕਰਨੀ ਹੈ, ਭਾਵੇਂ $10 ਖਰਚਨੇ, 5 ਖਰਚਨੇ, ਤੁਹਾਡੀ ਆਪਣੀ ਮਰਜ਼ੀ ਹੈ, ਪਰ ਉਹ ਜੇਕਰ ਲਾਂਗਰੀ ਸਿੰਘ ਤੋਂ ਪੁੱਛ ਕੇ ਤੁਸੀਂ ਲੰਗਰ ਦੀ ਜ਼ਰੂਰਤ ਤੇ ਲੋੜ ਦੇ ਮੁਤਾਬਕ ਉਹ ਚੀਜ਼ ਲੈ ਕੇ ਆਵੋਗੇ ਤੇ ਉਹਦੇ ਵਿੱਚ ਜ਼ਿਆਦਾ ਵਧੀਆ ਲੱਗਦੀ ਗੱਲ, ਜ਼ਿਆਦਾ ਭਲਾ ਹੈ, ਚੰਗੀ ਗੱਲ ਹੈ। ਬਾਕੀ ਸਾਰੀ ਗੁਰੂ ਕੀ ਸੰਗਤ ਆਪ ਸਿਆਣੀ ਹੈ। ਇਹ ਬੇਨਤੀਆਂ ਸਾਨੂੰ ਪ੍ਰਵਾਨ ਕਰ ਲੈਣੀਆਂ। ਦੂਸਰਾ ਹੈ, ਮਾਸਕ ਪਹਿਨ ਕੇ ਰੱਖਣਾ ਸਰਕਾਰ ਦੀ ਹਦਾਇਤ ਹੈ। ਥੋੜਾ ਜਿਹਾ ਵਿੱਥ ਰੱਖਣੀ, ਫਾਸਲਾ ਬਣਾ ਕੇ ਰੱਖਣਾ, ਪੰਗਤ ਵਿੱਚ ਬੈਠਿਆਂ ਛਕਦਿਆਂ ਛਕਾਉਂਦਿਆਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਇਹ ਬੇਨਤੀਆਂ ਸਾਡੀਆਂ ਤੇ ਗੁਰੂ ਘਰ ਦੇ ਪ੍ਰਬੰਧਕਾਂ ਦੀਆਂ ਪ੍ਰਵਾਨ ਕਰਨੀਆਂ ਜੀ। ਦਿਓ ਅਸੀਸ, ਸਭ ਦਾ ਧੰਨਵਾਦ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।